ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਸਤਨ ਕੋ ਭਾਰਾ ਹਮੈ ਦੇਨ ਕਹਿਓ ਮਤ ਮੰਦ। ਬਿਵਹਾਰੀ ਜਿਮ ਬਨਤ ਹੋਇ ਜਾਣਹਿ ਤਿਨੋ ਮਿਲਤ। ਵਸਤਨ ਕੋ ਭਾਰਾ ਹਮੈ ਦੇਨ ਕਹਿਓ ਮਤ ਮੰਦ। ਬਿਵਹਾਰੀ ਜਿਮ ਬਨਤ ਹੋਇ ਜਾਣਹਿ ਤਿਨੋ ਮਿਲਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਅਨਾਥ ਨਾਥ, ਜੁਗੋ ਜੁਗ ਅਟਲ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ। ਧੰਨ ਧੰਨ ਸ਼ਹੀਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਸੰਧਿਆ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਐਤਵਾਰ ਦੇ ਦਿਹਾੜੇ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਕਰਕੇ ਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਹੋਈ ਹੈ, ਜੋ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋ ਆਇਆ ਹੈ, ਜਿਸ ਦੇ ਅੰਦਰ ਬਾਜਾਂ ਵਾਲੇ ਚੋਜੀ ਪ੍ਰੀਤਮ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੇ ਕੌਤਕ ਲੜੀਵਾਰ ਕਥਾ ਦੇ ਰੂਪ ਵਿੱਚ ਆਪਾਂ ਸੁਣਾ ਰਹੇ ਹਾਂ। ਕੱਲ ਗਰੀਬਨਵਾਸ ਸਤਿਗੁਰਾਂ ਦੇ ਇਹ ਪ੍ਰਸੰਗ ਆਪਾਂ ਸੁਣੇ ਨੇ ਵੀ ਭੀਮ ਚੰਦ ਰਾਜਾ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਕੋਲੋਂ 4 ਵਸਤੂਆਂ ਲੈਣ ਵਾਸਤੇ ਇੱਕ ਪ੍ਰਸਾਦੀ ਹਾਥੀ, ਚੰਦਨ ਦੀ ਚੌਂਕੀ, ਪਸ਼ਮੀਨੇ ਦੀ ਚਾਨਣੀ ਅਤੇ 5 ਕਲਾ ਸ਼ਸਤਰ, ਜਿਹੜੀਆਂ 4 ਵਸਤੂਆਂ ਉਸ ਸਮੇਂ ਅਲੌਕਿਕ ਸਨ। ਇੱਥੋਂ ਤੀਕ ਵੀ ਦਿੱਲੀ ਦੇ ਪਾਤਸ਼ਾਹ ਔਰੰਗਜ਼ੇਬ ਦੇ ਕੋਲ ਵੀ ਪ੍ਰਾਪਤ ਨਹੀਂ ਸਨ। ਇਹ ਚਾਹੁੰਦਾ ਹੈ ਵੀ ਮੈਂ ਆਪਣੇ ਪੁੱਤਰ ਅਜਮੇਰ ਚੰਦ ਦੇ ਵਿਆਹ 'ਤੇ ਲੈ ਕੇ ਜਾਵਾਂ, ਮੇਰੀ ਸ਼ਾਨ ਵਧੇਗੀ। ਇਸ ਕਰਕੇ ਇਹਨੇ ਇੱਕ ਆਪਣਾ ਕੁਲ ਦਾ ਪੁਰੋਹਿਤ ਪਰਮਾਨੰਦ ਪੰਮਾ ਪੁਰੋਹਿਤ ਦੇ ਦੂਸਰਾ ਰਿਸ਼ਤੇ 'ਚ ਲੱਗਦਾ ਆਪਣਾ ਸਾਲਾ ਕੇਸਰੀ ਚੰਦ ਰਾਜਾ, ਇਹਨਾਂ ਨੂੰ ਭੇਜਿਆ। 100 ਸੂਰਮੇ ਦੇ ਕੇ ਅਨੰਦਪੁਰ ਸਾਹਿਬ ਆਏ, ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਪਹੁੰਚੇ। ਇਹਨਾਂ ਦੇ ਮਨ ਵਿੱਚ ਹੰਕਾਰ ਸੀ ਰਾਜਪੂਤਾਨੇ ਦਾ, ਜਿਸ ਕਰਕੇ ਇਹਨਾਂ ਨੂੰ 4 ਘੜੀਆਂ ਮਹਾਰਾਜ ਨੇ ਬਾਹਰ ਦਰਵਾਜ਼ੇ ਤੋਂ ਹੀ ਅਟਕਾ ਕੇ ਰੱਖਿਆ। ਪਹਿਰੇਦਾਰਾਂ ਨੂੰ ਕਹਿੰਦੇ ਵੀ ਬਿਠਾਈ ਰੱਖੋ ਇੱਥੇ, ਇਹਨਾਂ ਨੂੰ ਆਪ ਹੀ ਸੱਦ ਲਾਂਗੇ ਜਦੋਂ ਸਾਡੀ ਇੱਛਾ ਹੋਏਗੀ। ਫਿਰ 4 ਘੜੀਆਂ ਬਾਅਦ ਅੰਦਰ ਬੁਲਾਇਆ, ਗੁਰਾਂ ਦੇ ਜਾ ਕੇ ਦਰਸ਼ਨ ਕੀਤੇ। ਸਤਿਗੁਰਾਂ ਕੋਲ ਬੈਠ ਕੇ ਸਾਰੀ ਗੱਲ ਤੋਰੀ ਵੀ ਐਵੇਂ ਮਹਾਰਾਜ ਵਿਆਹ ਆਇਆ ਹੈ ਭੀਮ ਚੰਦ ਦੇ ਪੁੱਤਰ ਦਾ, ਉਹਨੇ ਬੜੀ ਅਧੀਨਗੀ ਨਾਲ ਤੁਹਾਡੇ ਪਾਸ ਭੇਜਿਆ ਏ ਵੀ ਜਿਹਾ ਮੇਰਾ ਪੁੱਤਰ ਉਹੋ ਜਿਹਾ ਗੁਰੂ ਸਾਹਿਬ ਦਾ, ਵੀ ਸਾਡੀ ਇੱਜ਼ਤ ਪੱਤ ਮਹਾਰਾਜ ਹੁਣ ਤੁਹਾਡੇ ਨਾਲ ਹੀ ਹੈ। ਵਲਸ਼ਲ ਫਰੇਬ ਨਾਲ ਗੁਰਾਂ ਦੀ ਵਡਿਆਈ ਵੀ ਬਹੁਤ ਕੀਤੀ, ਦਿਲੋਂ ਨਹੀਂ ਪਰ ਉੱਤੋਂ ਬਹੁਤ ਗੁਰਾਂ ਦਾ ਜਸ ਕੀਤਾ। ਵੀ 4 ਵਸਤੂਆਂ ਜਿਹੜੀਆਂ ਨੇ ਤੁਸੀਂ ਦੇ ਦਿਓ, ਜਦੋਂ ਵਿਆਹ ਹੋਵੇਗਾ ਵਾਪਸ ਆਵਾਂਗੇ ਤੇ ਮੋੜ ਜਾਵਾਂਗੇ। ਕੁਝ ਸਮਾਂ ਗੁਰੂ ਸਾਹਿਬ ਜੀ ਸੁਣ ਕੇ ਚੁੱਪ ਰਹੇ। ਜਦੋਂ ਚੁੱਪ ਰਹੇ ਤਾਂ ਇਹਦੇ ਮਨ 'ਚ ਇਹ ਆਇਆ ਕਿ ਭੀਮ ਚੰਦ ਨੇ ਇਹ ਵੀ ਕਿਹਾ ਸੀ ਵੀ ਜੇ ਬੇਨਤੀ ਕੀਤਿਆਂ ਗੁਰੂ ਸਾਹਿਬ ਨਾ ਮੰਨਣ
ਤਾਂ ਉਹਨਾਂ ਨੂੰ ਲਾਲਚ ਦੇ ਦਿਓ। ਉਹ ਲਾਲਚ ਵਾਲੀ ਗੱਲ ਚੇਤੇ ਆਈ। ਪਰਮਾਨੰਦ ਜਿਹੜਾ ਪੰਮਾ ਪ੍ਰੋਹਤ ਕਹਿੰਦਾ, ਮਹਾਰਾਜ ਸੱਚ ਭੀਮ ਚੰਦ ਇਹ ਵੀ ਕਹਿੰਦਾ ਸੀ ਵੀ ਗੁਰਾਂ ਨੂੰ ਕਿਹੋ ਇਹ ਜਦੋਂ ਚੌਵੇਂ ਵਸਤੂਆਂ ਅਸੀਂ ਵਾਪਸ ਕਰਨ ਆਵਾਂਗੇ 4000 ਰੁਪਈਆ ਗੁਰੂ ਦੀ ਪੂਜਾ ਵੀ ਕਰਾਂਗੇ। 4 ਵਸਤੂਆਂ ਤੇ 4000 ਹੀ ਮਹਾਰਾਜ ਤੁਹਾਡੀ ਪੂਜਾ ਵਾਸਤੇ ਵੀ ਭੇਜਾਂਗੇ। ਪਹਿਲਾਂ ਤਾਂ ਕਲਗੀਧਰ ਮਹਾਰਾਜ ਸ਼ਾਂਤ ਰਸ ਦੇ ਵਿੱਚ ਸੁਣ ਰਹੇ ਨੇ ਜੋ ਕੁਝ ਵੀ ਇਹ ਕਹਿ ਰਹੇ ਨੇ, ਪਰ ਜਿਸ ਸਮੇਂ ਇਹ ਪੰਮੇ ਪ੍ਰੋਹਤ ਨੇ 4000 ਰੁਪਈਆ ਦੇਣ ਦੀ ਗੱਲ ਕਹੀ, ਸਤਿਗੁਰੂ ਦਾ ਵੀਰ ਰਸ ਜਾਗ ਪਿਆ। ਮਹਾਰਾਜ ਸਾਹਿਬ ਦੇ ਨੇਤਰਾਂ ਦਾ ਰੰਗ ਇਵੇਂ ਹੋ ਗਿਆ ਜਿਵੇਂ ਲਹੂ ਦਾ ਰੰਗ ਹੁੰਦਾ ਹੈ। ਇੱਥੋਂ ਤੀਕਰ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤੇ ਨੇ। ਜਿਵੇਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਨਾਲ ਵੀਰ ਰਸ ਵਿੱਚ ਆ ਕੇ ਕੁਝ ਸਵਾਲ ਜਵਾਬ ਕਰਦੇ ਹਨ, ਆਪਣੀ ਹੀ ਮਾੜੀ ਬੋਲੀ ਕਰਕੇ ਬੇਪਤੀ ਕਰਾ ਕੇ ਆਨੰਦਪੁਰੋਂ ਨਿਕਲਦਾ ਹੈ ਰਾਜਾ ਕੇਸਰੀ ਚੰਦ ਪੰਮਾ ਪ੍ਰੋਹਤ। ਇਹ ਕਥਾ ਆਪਾਂ ਅੱਜ ਸਰਵਣ ਕਰਾਂਗੇ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਦੇ ਵਾਲੀ ਸ਼ਮਸ਼ੇਰੇ ਬਹਾਦਰ ਨੀਲੇ ਦੇ ਸ਼ਾਹ ਸਵਾਰ ਜੀ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀ ਲਵਾਈਏ, ਰਸਨਾ ਕਰੋ ਪਵਿੱਤਰ ਸਾਰੀ ਸੰਗਤ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਪੰਮੇ ਪ੍ਰੋਹਤ ਨੇ ਕਿਹਾ ਨਾ ਵੀ 4000 ਰੁਪਈਆ ਮਹਾਰਾਜ ਭੀਮ ਚੰਦ ਕਹਿੰਦਾ ਵੀ ਨਾਲ ਦੇ ਕੇ ਜਾਵਾਂਗੇ, ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਵਿਚਾਰਿਆ ਇਹਨਾਂ ਦੀ ਗੱਲ ਸੁਣ ਕੇ ਵੀ ਇਹ ਜਿਹੜੀਆਂ ਵਸਤੂਆਂ ਮੰਗ ਰਹੇ ਨੇ ਗੁਰੂ ਘਰ ਦੇ ਵਿੱਚੋਂ, ਉਹਨਾਂ ਵਸਤੂਆਂ ਦੇ ਵੰਡੇ ਇਹ ਹਮੇ ਸਾਨੂੰ ਕਹਿੰਦੇ ਵੀ ਭਾੜਾ ਇਹ ਕਿਰਾਇਆ ਦੇਣਾ ਚਾਹੁੰਦੇ ਹਨ। ਮਹਾਰਾਜ ਜੀ ਕਹਿੰਦੇ ਵੀ ਇਹ ਮੰਦੀ ਮੱਤ ਵਾਲਿਆਂ ਨੇ ਸਾਨੂੰ ਭਾੜਾ ਦੇਣ ਵਾਲਾ ਸਮਝਿਆ ਵੀ ਅਸੀਂ ਭਾੜੇ ਤੇ ਵਸਤੂਆਂ ਕਿਰਾਏ ਤੇ ਵਸਤੂਆਂ ਦਿੰਦੇ ਹੁੰਦੇ, ਜਿਵੇਂ ਵੀ ਕਹਿੰਦੇ ਵੀ ਮਹਾਰਾਜ 4000 ਰੁਪਈਆ ਦੇ ਕੇ ਜਾਵਾਂਗੇ। ਮਹਾਰਾਜ ਸਾਹਿਬ ਇਸ ਕਰਕੇ ਬਹੁਤ ਵੀਰ ਰਸ ਵਿੱਚ ਆ ਗਏ, ਵੀਰ ਰਸ ਗੁਰਾਂ ਦਾ ਜਾਗਿਆ। ਕਹਿੰਦੇ ਵੀ ਇਹਨਾਂ ਦਾ ਸਾਨੂੰ ਇਹੋ ਸਮਝਿਆ ਵੀ ਜਿਵੇਂ ਜਿਹੜਾ ਬਨਕ ਬਾਣੀਆਂ ਜਾਂ ਵਿਵਹਾਰੀ ਜਿਹੜਾ ਵਪਾਰੀ ਹੁੰਦਾ, ਇਹ ਜਿਹੜਾ ਦੁਕਾਨਦਾਰ ਹੁੰਦਾ ਹੈ, ਇਹ ਸਾਨੂੰ ਉਹਨਾਂ ਦੇ ਸਮਾਨ ਸਮਝਦੇ ਨੇ ਵੀ ਜਿਹੜੇ ਵਪਾਰੀ ਲੋਕ ਨੇ ਉਹ ਕਿਰਾਏ ਤੇ ਕੋਈ ਵਸਤੂਆਂ ਦਿੰਦੇ ਆ, ਜਦੋਂ ਵਾਪਸ ਲੈਂਦੇ ਆ ਤੇ ਫਿਰ ਉਹਦਾ ਕਿਰਾਇਆ ਲੈਂਦੇ ਹਨ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਵੀਰ ਰਸ ਵਿੱਚ ਆ ਗਏ ਵੀ ਇਹ ਸਾਨੂੰ ਉਹਨਾਂ ਵਪਾਰੀਆਂ ਦੇ ਨਿਆਈ, ਉਹਨਾਂ ਸਾਨੂੰ ਵਿਵਹਾਰੀਆਂ ਦੇ ਨਿਆਈ ਜਾਣਦੇ ਨੇ ਵੀ ਅਸੀਂ ਗੁਰੂ ਘਰ ਦੀਆਂ ਕੋਈ ਵਸਤੂਆਂ ਭਾੜੇ ਤੇ ਦੇਣ ਨੂੰ ਰੱਖੀਆਂ, ਵੀ ਵਸਤੂਆਂ ਦੇਵਾਂਗੇ ਤੇ ਕਿਰਾਇਆ ਲਵਾਂਗੇ। ਇਹ ਮੰਦੀ ਮੱਤ ਵਾਲੇ, ਇਹ ਮੂਰਖ ਸਾਨੂੰ ਵਪਾਰੀ ਸਮਝਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ 4000 ਰੁਪਈਆ ਦੇਣ ਵਾਲੀ ਗੱਲ ਸੁਣੀ ਨਾ ਪੰਮੇ ਦੀ, ਵੀ ਇਹ ਜਿਵੇਂ ਰਾਜੇ ਨੇ ਕਿਹਾ ਸੀ ਵੀ ਲਾਲਚ ਦਿਓ, ਵੀ ਲਾਲਚ ਕਿਹਨੂੰ ਦੇਣਾ ਚਾਹੁੰਦੇ? ਦਸਮ ਪਾਤਸ਼ਾਹ ਨੂੰ। ਸਤਿਗੁਰੂ ਸਾਹਿਬ ਜੀ ਦਾ ਵੀਰ ਰਸ ਜਾਗਿਆ। ਮਹਾਰਾਜ ਸਾਹਿਬ ਦੇ ਬੁੱਲ ਫਰਕੇ ਨੇ, ਨੇਤਰਾਂ ਦਾ ਰੰਗ ਲਾਲ ਹੋ ਗਿਆ, ਪੌਹਾਂ ਮਹਾਰਾਜ ਸਾਹਿਬ ਜੀ ਦੀਆਂ ਤਾਂ ਨੂੰ ਚੜ੍ਹ ਗਈਆਂ ਤੇ ਆਪਣੇ ਨੇਤਰਾਂ ਦੇ ਨਾਲ, ਆਪਣੀ ਨਿਗਾਹ ਨਾਲ ਇਹਨੂੰ ਤਰਜਿਆ ਬੋਲਦੇ ਨੂੰ, ਇਹਦੇ ਵੱਲ ਮਹਾਰਾਜ ਸਾਹਿਬ ਜੀ ਨੇ ਘੂਰੀ ਵੱਟ ਕੇ ਵੇਖਿਆ ਹੈ। ਮਹਾਰਾਜ ਕਹਿਣ ਲੱਗੇ, ਉਹ ਮੰਦੀ ਮੱਤ ਵਾਲੇ, ਉਹ ਪੰਮੇ ਪ੍ਰੋਹਤ ਮੂਰਖਾ, ਕੀ ਤੂੰ ਕਹਿੰਦਾ ਵੀ ਅਸੀਂ 4000 ਰੁਪਈਆ ਦੇਵਾਂਗੇ ਮਹਾਰਾਜ 4 ਵਸਤੂਆਂ ਦੇ ਬਦਲੇ? ਹਾਂਜੀ, ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਇਹਨੂੰ ਪੁੱਛਦੇ ਨੇ ਪੰਮੇ ਪ੍ਰੋਹਤ ਨੂੰ ਵੀ ਜਿਹੜਾ ਇਹ 4000 ਰੁਪਈਆ ਤੂੰ ਕਿਹਾ ਹੈ,
ਵੀ ਮਹਾਰਾਜ ਸਾਨੂੰ ਪ੍ਰਸਾਦੀ ਹਾਥੀ, ਚੰਦਨ ਦੀ ਚੌਂਕੀ, 5 ਕਲਾ ਸ਼ਸਤਰ, ਪਸ਼ਮੀਨੇ ਦੀ ਚਾਨਣੀ ਦੇ ਦਿਓ। ਵਿਆਹ ਦੇ ਵਿੱਚ ਖੜਨੀਆਂ ਨੇ, ਜਿਹਦੇ ਨਾਲ ਭੀਮ ਚੰਦ ਦਾ ਜਸ ਵਧੇਗਾ। ਜੇ ਜਦੋਂ ਦੇ ਕੇ ਜਾਵਾਂਗੇ ਫਿਰ ਨਾਲ 4000 ਰੁਪਈਆ ਦੇਵਾਂਗੇ। ਮਹਾਰਾਜ ਕਹਿੰਦੇ ਵੀ ਇਹ 4000 ਰੁਪਈਆ ਸਾਨੂੰ ਤੁਸੀਂ ਕਿਸ ਤਰ੍ਹਾਂ ਦੇਣਾ ਕੀਤਾ ਹੈ, ਕੀ ਸਮਝ ਕੇ ਤੁਸੀਂ ਦੇਣਾ ਚਾਹਿਆ ਏ। ਮਹਾਰਾਜ ਜੀ ਕਹਿੰਦੇ ਗੱਲਾਂ ਦੇ ਵਿੱਚ ਤਾਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਬੜੇ ਵੱਡੇ ਹੋ, ਤੁਹਾਡੇ ਵਰਗਾ ਕੋਈ ਹੈ ਨਹੀਂ, ਪਰ ਮਹਾਰਾਜ ਕਹਿੰਦੇ ਸਾਨੂੰ ਤੁਸੀਂ ਕੀ ਵੱਡਾ ਸਮਝਿਆ ਵੀ ਸਾਡਾ ਮੁੱਲ ਤੁਸੀਂ 4000 ਰੁਪਈਆ ਪਾਇਆ, ਵੀ ਇਹ ਕੀ ਤੁਸੀਂ ਸਾਨੂੰ ਬੁਲੰਦ ਸਮਝਿਆ ਹੈ, ਇਹ ਕੀ ਤੁਸੀਂ ਮਹਾਰਾਜ ਕਹਿੰਦੇ ਸਾਨੂੰ ਵੱਡਾ ਸਮਝਿਆ ਏ। ਜਾਂ ਦੂਜੇ ਭਾਵ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਹੜਾ 4000 ਦੇਣਾ ਮੰਨਿਆ ਏ ਤੁਸੀਂ, ਸਾਨੂੰ ਆਪਣੇ ਨਾਲੋਂ ਕੀ ਵੱਡਾ ਸਮਝ ਕੇ ਤੁਸੀਂ ਦੇਣਾ ਚਾਹੁੰਦੇ ਹੋ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਝੂਠਿਆਂ ਕਰਨ ਵਾਸਤੇ ਕਹਿੰਦੇ ਵੀ ਤੁਸੀਂ ਸਾਡੇ ਸਿੱਖ ਨਹੀਂ ਹੋ। ਤੁਹਾਡਾ ਜਿਹੜਾ ਰਾਜਾ ਭੀਮ ਚੰਦ ਹੈ ਉਹਨੇ ਕਿਹੜਾ ਸਾਡੀ ਕੋਈ ਚਰਨ ਪੌਲ, ਚਰਨ ਅੰਮ੍ਰਿਤ ਛਕਿਆ ਏ, ਵੀ ਚਰਨ ਪੌਲ ਲੈ ਕੇ ਸਿੱਖ ਵੀ ਨਹੀਂ ਬਣਿਆ। ਵੀ ਜੇ ਮੰਨੀਏ ਵੀ ਤੁਸੀਂ ਸਿੱਖ ਹੋ ਤਾਂ ਵੀ ਸਿੱਖ ਦੇ ਕੋਲੋਂ ਵੀ ਜਿਹੜਾ ਅਸੀਂ ਭੇਟਾ ਲੈਂਦੇ ਹਾਂ, ਵੀ ਸਿੱਖ ਵੀ ਸਾਨੂੰ ਭੇਟਾ ਦਿੰਦੇ ਨੇ। ਤੁਸੀਂ ਮਹਾਰਾਜ ਕਹਿੰਦੇ ਪਹਾੜੀ ਜਾਂ ਤੁਹਾਡਾ ਰਾਜਾ ਸਾਡਾ ਸਿੱਖ ਵੀ ਨਹੀਂ ਹੈ, ਚਰਨਾ ਅੰਮ੍ਰਿਤ ਵੀ ਨਹੀਂ ਲਿਆ, ਫਿਰ 4000 ਤੁਸੀਂ ਕਿਵੇਂ ਸਾਨੂੰ ਦੇਣਾ ਚਾਹੁੰਦੇ ਹੋ। ਤੇ ਨਾ ਹੀ ਮਹਾਰਾਜ ਕਹਿੰਦੇ ਵੀ ਤੁਹਾਡੇ ਦਿਲ ਦੀ ਕੋਈ ਇਹੋ ਜਿਹੀ ਭਾਵਨਾ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਮੁਕਤੀ ਦੇ ਦਾਤੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਮੁਕਤੀਆਂ ਦੇ ਦੇਣ ਵਾਲਾ ਹੈ, ਇਹੋ ਜਿਹੀ ਵੀ ਤੁਹਾਡੀ ਕੋਈ ਦਿਲ ਦੀ ਭਾਵਨਾ ਨਹੀਂ ਹੈ। ਵੀ ਜੇ ਤਾਂ ਇਹ ਵੀ ਭਾਵਨਾ ਹੋਵੇ ਨਾ ਵੀ ਗੁਰੂ ਸਾਹਿਬ ਨੂੰ ਤੁਸੀਂ ਮੁਕਤੀ ਦਾ ਦਰ ਮੰਨਦੇ ਹੋ, ਗੁਰੂ ਘਰ ਨੂੰ, ਤਾਂ ਵੀ ਅਸੀਂ ਮੰਨੀਏ ਵੀ ਤੁਸੀਂ ਸਾਡੀ ਪੂਜਾ ਕਰਦੇ ਹੋ, ਨਾ ਤੁਹਾਡੀ ਕੋਈ ਸਾਡੇ ਨਾਲ ਭਾਵਨਾ ਹੈ, ਨਾ ਮਹਾਰਾਜ ਸਾਹਿਬ ਕਹਿੰਦੇ ਵੀ ਤੁਸੀਂ ਕੋਈ ਸਾਡੀ ਸਿੱਖੀ ਗ੍ਰਹਿਣ ਕੀਤੀ ਹੈ। ਤੇ ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਵੀ ਸਿੱਖ ਤਾਂ ਸਾਡੇ ਤੁਸੀਂ ਨਹੀਂ ਬਣੇ, ਤਾਂ ਉਹ ਤੁਹਾਡੀ ਪੂਜਾ ਵੀ ਨਹੀਂ ਹੋਈ ਜਿਹੜਾ 4000 ਤੁਸੀਂ ਦੇਣਾ ਕਿਹਾ। ਦੂਸਰੀ ਗੱਲ ਹੁੰਦੀ ਹੈ ਵੀ ਜਿਹੜੀ ਰਈਅਤ ਹੁੰਦੀ ਉਹ ਟੈਕਸ ਦਿੰਦੀ ਹੁੰਦੀ ਹੈ ਰਾਜੇ ਨੂੰ, ਜਿਹਦਾ ਰਾਜ ਹੋਵੇ। ਤੇ ਮਹਾਰਾਜ ਕਹਿੰਦੇ ਹੁਣ ਤੀਕਰ ਤੁਸੀਂ ਪਹਾੜੀ ਲੋਕ ਸਾਡੀ ਰਈਅਤ ਵੀ ਨਹੀਂ ਹੋ, ਤੁਸੀਂ ਸਾਡੀ ਪ੍ਰਜਾ ਵੀ ਨਹੀਂ ਬਣੇ ਵੀ ਅਸੀਂ ਤੁਹਾਡੇ 'ਤੇ ਕੋਈ ਰਾਜ ਕਰਦੇ ਹੋਈਏ, ਤੇ ਤੁਸੀਂ ਸਾਡੀ ਪ੍ਰਜਾ ਹੋ ਜਿਸ ਕਰਕੇ ਟੈਕਸ ਦੇਣਾ ਚਾਹੋ। ਆ ਜਿੰਨਾ ਚਿਰ ਮਹਾਰਾਜ ਕਹਿੰਦੇ ਸਾਡਾ ਖਾਲਸਾ ਪੰਥ ਪ੍ਰਗਟ ਹੋ ਕੇ ਜੰਗ ਯੁੱਧ ਨਹੀਂ ਕਰੇਗਾ, ਜਦੋਂ ਉਹ ਜੰਗ ਯੁੱਧ ਕਰਨਗੇ ਤੁਸੀਂ ਉਹਨਾਂ ਦੀ ਰਈਅਤ ਬਣੋਗੇ, ਫੇਰ ਤੁਸੀਂ ਇਹ ਪੈਸੇ ਦਿਓ ਤਾਂ ਅਸੀਂ ਸਮਝਾਂਗੇ ਵੀ ਟੈਕਸ ਦੇ ਰਹੇ ਹਾਂ। ਸਾਧ ਸੰਗਤ ਭਵਿੱਖ ਵਿੱਚ ਹੋਇਆ ਵੀ ਇੱਦਾਂ ਹੀ ਸੀ। ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ ਤਾਂ ਇਹ ਸਾਰੇ ਪਹਾੜੀਏ ਜਿਹੜੇ ਸਨ ਟੈਕਸ ਦਿੰਦੇ ਹੁੰਦੇ ਸੀ ਖਾਲਸੇ ਨੂੰ। ਉਸ ਵੱਲ ਵੀ ਇਸ਼ਾਰਾ ਹੈ ਮਹਾਰਾਜ ਦਾ, ਪਰ ਇਹਨਾਂ ਨੂੰ ਝੂਠਿਆਂ ਪਾਉਣਾ ਹੈ ਨਾ ਕਿ ਵੀ ਇਹਨਾਂ ਨੇ 4000 ਗੁਰਾਂ ਨੂੰ ਲਾਲਚ ਦੇਣ ਵਾਸਤੇ ਕਿਹਾ, ਤੇ ਉਹਦੇ ਲਈ ਗੁਰੂ ਸਾਹਿਬ ਉਦਾਹਰਨਾਂ ਦਿੰਦੇ ਨੇ ਵੀ ਸਿੱਖ ਵੀ ਨਹੀਂ ਹੈ, ਜਿਸ ਕਰਕੇ ਸਮਝੀਏ ਵੀ ਤੁਸੀਂ ਸਾਨੂੰ ਭੇਟਾ ਦੇ ਰਹੇ ਹੋ 4000, ਸਾਡੀ ਤੁਸੀਂ ਰਈਅਤ ਵੀ ਹੋ, ਪ੍ਰਜਾ ਵੀ ਨਹੀਂ ਹੋ ਵੀ ਸਾਡਾ ਕੋਈ ਰਾਜ ਹੋਵੇ ਤੁਹਾਡੇ 'ਤੇ। ਹਾਲਾਂਕਿ ਕੋਈ ਸਾਡੇ ਖਾਲਸੇ ਨੇ ਕੋਈ ਜੰਗ ਕਰਕੇ ਤੁਹਾਨੂੰ ਅਧੀਨ ਕੀਤਾ ਹੋਵੇ ਤੇ ਫੇਰ ਤਾਂ ਮੰਨੀਏ ਵੀ ਤੁਸੀਂ ਟੈਕਸ ਦੇਣਾ ਹੈ, ਗੁਲਾਮ ਲੋਕ ਹੋ, ਉਹ ਵੀ ਸਾਡਾ ਰਾਜ ਤੁਹਾਡੇ ਉੱਪਰ ਨਹੀਂ ਹੈ। ਤੇ ਨਾ ਹੀ ਮਹਾਰਾਜ ਕਹਿੰਦੇ ਹੁਣ ਤੀਕਰ ਸਾਡਾ ਤੁਹਾਡੇ ਪਹਾੜੀ ਰਾਜਿਆਂ ਦੇ ਉੱਤੇ ਕੋਈ ਜ਼ੋਰ ਪਿਆ ਹੈ, ਅਸੀਂ ਹਾਲਾਂ ਤੁਹਾਡੇ 'ਤੇ ਕੋਈ ਆਪਣਾ ਜ਼ੋਰ ਕਰਕੇ ਵੀ ਨਹੀਂ ਵਿਖਾਇਆ ਵੀ ਕੋਈ ਜੰਗ ਹੋਇਆ ਹੋਵੇ, ਹਾਲਾਂ ਸ੍ਰੀ ਸਾਹਿਬ ਦੇ ਜੌਹਰ ਨਹੀਂ ਵਿਖਾਏ, ਹਜੇ ਸੂਰਮਿਆਂ ਨੇ ਆਪਣੀ ਯੁੱਧ ਵਿਦਿਆ ਵੀ ਤੁਹਾਡੇ ਉੱਪਰ ਨਹੀਂ ਵਿਖਾਈ। ਆ ਤੀਸਰੀ ਗੱਲ ਅਸੀਂ ਤਾਂ ਮੰਨੀਏ ਨਾ ਵੀ ਸਾਡਾ ਤੁਹਾਡੇ 'ਤੇ ਜ਼ੋਰ ਪੈ ਗਿਆ ਹੋਵੇ, ਤੇ ਜਿਵੇਂ ਇੱਕ ਰਾਜਾ ਦੂਜੇ ਰਾਜੇ ਦੀ ਰਿਆਸਤ 'ਤੇ ਜਦੋਂ ਚੜ੍ਹਾਈ ਕਰਕੇ ਜਾਂਦਾ ਤੇ ਸਾਹਮਣੇ ਵਾਲਾ ਡਰ ਕੇ ਭੇਟਾ ਲੈ ਕੇ ਅੱਗੋਂ ਮਿਲਦਾ, ਜੀ ਅਸੀਂ ਤੁਹਾਡੇ ਹੀ ਹੈ, ਆ ਭੇਟਾ ਲਓ ਤੇ ਤੁਸੀਂ ਜਾਓ, ਜਦੋਂ ਫੇਰ ਹੁਕਮ ਹੋਵੇਗਾ ਹਾਜ਼ਰ ਹੋ ਜਾਵਾਂਗੇ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਵੀ ਸਾਡਾ ਤੁਹਾਡੇ 'ਤੇ ਹਾਲਾਂ ਕੋਈ ਜ਼ੋਰ ਵੀ ਨਹੀਂ ਪਿਆ ਵੀ ਜਿਸ ਨੂੰ ਵੇਖ ਕੇ ਅਸੀਂ ਮੰਨ ਲਈਏ ਵੀ ਇਹ 4000 ਰੁਪਈਆ ਸਾਨੂੰ ਤੁਸੀਂ ਦੰਡ ਵਜੋਂ ਭਰ ਰਹੇ ਹੋ, ਇਹ ਸਾਡੀ ਤੁਸੀਂ ਗੁਲਾਮੀ ਮੰਨਣ ਵਾਸਤੇ ਦੇ ਰਹੇ ਹੋ।
ਇਸ ਕਰਕੇ ਇਹਨਾਂ ਤਿੰਨਾਂ ਗੱਲਾਂ ਨੂੰ ਕਹਿ ਕੇ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਝੂਠਿਆਂ ਕਰਤਾ ਵੀ ਨਾ ਤੁਸੀਂ ਸਾਡੇ ਸਿੱਖ, ਨਾ ਤੁਹਾਡੇ ਤੇ ਸਾਡਾ ਰਾਜ ਕਿ ਤੁਸੀਂ ਸਾਡੀ ਪ੍ਰਜਾ ਹੋ, ਤੇ ਨਾ ਹੀ ਸਾਡੀ ਤੁਹਾਡੇ ਰਾਜ ਤੇ ਹਾਲਾਂ ਕੋਈ ਚੜ੍ਹਾਈ ਹੈ ਵੀ ਤੁਸੀਂ 4000 ਦੇਵੋ। ਤੁਹਾਡਾ ਆਸ਼ਾ ਕੀ ਹੈ, ਤੁਹਾਡਾ ਮਨੋਰਥ ਕੀ ਹੈ, ਤੁਸੀਂ ਕੀ ਸੋਚ ਕੇ ਸਾਨੂੰ ਇਹ ਕਿਹਾ ਏ ਵੀ 4000 ਰੁਪਈਆ ਮਹਾਰਾਜ ਤੁਹਾਨੂੰ ਦੇਵਾਂਗੇ। ਜਿਸ ਕਰਕੇ ਤੁਸੀਂ ਇਹ ਸਾਨੂੰ ਇਹ ਗੱਲ ਕਹੀ ਹੈ, ਉਹ ਮਹਾਰਾਜ ਕਹਿੰਦੇ ਵੀ ਤੁਸੀਂ ਬੋਲ ਕੇ ਦੱਸੋ ਵੀ 4000 ਰੁਪਈਆ ਤੁਸੀਂ ਸਾਨੂੰ ਕਿਉਂ ਦੇ ਰਹੇ ਹੋ, ਤੇ ਅਸੀਂ ਤੁਹਾਡੇ ਕੋਲੋਂ ਇਹ 4000 ਰੁਪਈਆ ਕਿਉਂ ਲਈਏ, ਇਸ ਗੱਲ ਨੂੰ ਤੁਸੀਂ ਖੋਲ ਕੇ ਦੱਸਣਾ ਕਰੋ। ਜਦੋਂ ਪੰਮੇ ਪ੍ਰੋਹਤ ਨੇ ਵੇਖਿਆ ਨਾ ਵੀ ਜਿਹੜੀ ਗੱਲ ਮੈਂ ਕਹੀ ਹੈ ਪੈਸੇ ਦੇਣ ਵਾਲੀ, ਤਾਂ ਸਤਿਗੁਰੂ ਸਾਹਿਬ ਜੀ ਦਾ ਰੁਖ ਵੇਖਿਆ ਵੀ ਮਹਾਰਾਜ ਦਾ ਤਾਂ ਵੀਰ ਰਸ ਜਾਗ ਪਿਆ ਹੈ। ਗੁਰੂ ਕਲਗੀਧਰ ਮਹਾਰਾਜ ਤਾਂ ਬਹੁਤੇ ਕਹਿੰਦੇ ਵੀ ਗੁੱਸੇ ਵਿੱਚ ਆ ਗਏ ਹਨ। ਕਹਿੰਦੇ ਵੀ ਇਹ ਬੈਠੇ ਹੋਏ ਦੋਵੇਂ ਅੰਦਰੋਂ ਦਿਲ ਵਿੱਚ ਕੰਬ ਗਏ। ਪੰਮਾ ਪ੍ਰੋਹਤ ਤੇ ਜ਼ਿਆਦਾ ਹੀ ਕੰਬ ਗਿਆ ਵੀ ਗੱਲ ਤਾਂ ਮੈਂ ਕਹੀ ਹੈ ਵੀ ਮਹਾਰਾਜ ਸਾਹਿਬ ਤਾਂ ਬੜੇ ਗੁੱਸੇ ਵਿੱਚ ਆ ਗਏ ਨੇ, ਬੜੇ ਵੀਰਸ ਵਿੱਚ ਆ ਗਏ ਨੇ। ਇਹਦਾ ਦਿਲ ਧੜਕਣ ਲੱਗ ਪਿਆ, ਛਾਤੀ ਠੱਕ ਠੱਕ ਕਰਦੀ ਕੰਬਣ ਲੱਗ ਗਿਆ ਬੈਠਾ ਹੋਇਆ। ਉਸ ਵੇਲੇ ਪੰਮਾ ਪ੍ਰੋਹਤ ਤਾਂ ਨਹੀਂ ਕੁਝ ਬੋਲਿਆ। ਫੇਰ ਜਿਹੜਾ ਕੇਸਰੀ ਚੰਦ ਰਾਜਾ ਸੀ ਉਹ ਡਰਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਤਾਂ ਐਵੇਂ ਹੀ ਸਾਡੇ ਦੇ ਕੋਪ ਇੰਨਾ ਗੁੱਸਾ ਜਿਹੜਾ ਹੈ ਉਹ ਕਰੀ ਜਾਂਦੇ ਹੋ। ਅਸੀਂ ਤਾਂ ਦੂਤ ਬਣ ਕੇ ਆਏ ਹਾਂ, ਅਸੀਂ ਤਾਂ ਵਕੀਲ ਹਾਂ। ਜਿਹੜੇ ਵਕੀਲ ਹੁੰਦੇ ਨੇ ਉਹ ਇੱਕ ਰਾਜੇ ਦਾ ਦੂਸਰੇ ਕੋ ਸੁਨੇਹਾ ਲਾ ਦਿੰਦੇ, ਉਧਰੋਂ ਸੁਣ ਕੇ ਵਾਪਸ ਦੱਸ ਦਿੰਦੇ ਆ। ਅਸੀਂ ਤਾਂ ਮਹਾਰਾਜ ਇੱਕ ਵਕੀਲ, ਇੱਕ ਦੂਤ ਬਣ ਕੇ ਆਏ ਹਾਂ। ਸਾਡੇ ਉੱਪਰ ਤਾਂ ਤੁਸੀਂ ਐਵੇਂ ਜਾਣ ਕੇ ਗੁੱਸਾ ਕਰ ਰਹੇ ਹੋ। ਇਹ ਤਾਂ ਜਿਵੇਂ ਭੀਮ ਚੰਦ ਰਾਜੇ ਨੇ ਕਹੀ ਆ ਗੱਲ ਵੀ 4000 ਰੁਪਈਆ ਮਹਾਰਾਜ ਨੂੰ ਦੇਵਾਂਗਾ ਮੈਂ, ਉਸੇ ਤਰ੍ਹਾਂ ਅਸੀਂ ਤੁਹਾਨੂੰ ਆ ਕੇ ਦੱਸ ਦਿੱਤੀ ਆ। ਤੇ ਉਸੇ ਤਰ੍ਹਾਂ ਮਹਾਰਾਜ ਅਸਾਂ ਨੇ ਭੀਮ ਚੰਦ ਦਾ ਕਹਿਆ ਮੰਨ ਕੇ ਵੀ ਠੀਕ ਹੈ, ਜੇ ਤੂੰ ਇਦਾਂ ਕਹਿਣਾ ਹੈ ਤਾਂ ਅਸੀਂ ਕਹਿ ਦਾਂਗੇ। ਤੇ ਉਹੀ ਗੱਲ ਮਹਾਰਾਜ ਤੁਹਾਨੂੰ ਆ ਕੇ ਦੱਸ ਦਿੱਤੀ। ਅਸੀਂ ਤਾਂ ਵਿੱਚ ਵਕੀਲ ਹੀ ਹਾਂ, ਸੁਨੇਹਾ ਦੇਣ ਵਾਲੇ। ਇਹਦੇ ਵਿੱਚ ਸਾਡੇ ਤੇ ਕਿਉਂ ਤੁਸੀਂ ਗੁੱਸਾ ਕਰਦੇ ਹੋ। ਮਹਾਰਾਜ ਦੇਣ ਵਾਲਾ ਉਹ ਭੀਮ ਚੰਦ ਹੈ, ਉਹਨੇ ਕਿਹਾ ਵੀ ਮੈਂ ਦੇ ਆਂਗਾ। ਲੈਣ ਵਾਲੇ ਤੁਸੀਂ ਹੋ, ਕਿਉਂਕਿ ਲੈਣ ਦੀ ਗੱਲ ਤੁਹਾਡੇ ਨਾਲ ਹੋਈ ਹੈ। ਇਸ ਕਰਕੇ ਕੇਸਰੀ ਚੰਦ ਕਹਿੰਦਾ ਮਹਾਰਾਜ ਮੈਂ ਕੀ ਜਾਣਦਾ ਵੀ ਇਹ ਕੀ ਕਾਹਦੇ 4000 ਰੁਪਈਏ ਭੀਮ ਚੰਦ ਨੇ ਦੇਣੇ ਕਹੇ ਨੇ, ਜਾਂ ਇਹ ਪੰਮਾ ਪ੍ਰੋਹਤ ਕੀ ਜਾਣਦਾ। ਪਤਾ ਇਹਨਾਂ ਨੂੰ ਸਾਰਾ ਏ ਕਿ ਉਹਨੇ ਕਿਹਾ ਸੀ ਵੀ ਗੁਰਾਂ ਨੂੰ ਲਾਲਚ ਦਿਓ, ਪਰ ਇੱਥੇ ਮੁੱਕਰ ਗਏ। ਹੁਣ ਪਤਾ ਹੈ ਵੀ ਬੇਇੱਜ਼ਤੀ ਹੋ ਰਹੀ ਹੈ। ਕਹਿੰਦੇ ਮਹਾਰਾਜ ਮੈਂ ਕੀ ਜਾਣਦਾ, ਜਾਂ ਇਹ ਪੰਮਾ ਪ੍ਰੋਹਤ ਕੀ ਜਾਣਦਾ ਵੀ 4000 ਕਾਹਦਾ ਦੇਣਾ ਕਿਹਾ ਏ। ਇਥੋਂ ਤੀਕਰ ਤਾਂ ਗੱਲ ਠੀਕ ਸੀ, ਪਰ ਜਿਹੜਾ ਕੇਸਰੀ ਚੰਦ ਹੈ ਨਾ ਨੇ ਦੂਤਾਂ ਵਾਲੀ ਨਹੀਂ ਕੀਤੀ। ਜਿਹੜਾ ਦੂਤ ਹੁੰਦਾ ਹੈ ਨਾ ਉਹ ਕੇਵਲ ਸੁਨੇਹਾ ਦਿੰਦਾ ਹੁੰਦਾ, ਇੱਧਰ ਉੱਧਰ ਜਿਵੇਂ ਵੀ ਗੱਲ ਹੋਵੇ। ਇਹ ਤੋਂ ਅੱਗੇ ਵੱਧ ਕੇ ਆਪਣੇ ਵੱਲੋਂ ਕਹਿਣ ਲੱਗਾ ਮਹਾਰਾਜ ਜੇ ਮੇਰੀ ਮੰਨੋ ਨਾ ਤਾਂ ਤੁਹਾਨੂੰ ਗੱਲ ਤਾਂ ਇਹੀ ਯੋਗ ਹੈ ਵੀ ਜੋ ਭੀਮ ਚੰਦ ਤੁਹਾਡੇ ਕੋਲੋਂ ਮੰਗਦਾ ਹੈ ਉਹ ਤੁਹਾਨੂੰ ਚੌਵੇਂ ਵਸਤੂਆਂ ਦੇ ਦੇਣੀਆਂ ਚਾਹੀਦੀਆਂ ਨੇ। ਆ ਜਿਵੇਂ ਕਿਵੇਂ ਵੀ ਦੇ ਦਿਓ। ਕਹਿੰਦੇ ਵੀ ਉੱਦਾਂ ਦੇ ਦਿਓ, ਪੈਸੇ ਲੈ ਕੇ ਦੇ ਦਿਓ। ਕਹਿੰਦੇ ਵੀ ਇਹ ਮਹਾਨ ਵਸਤੂਆਂ ਜਿਹੜੀਆਂ ਹਨ ਉਹਦੇ ਨਾਲ ਮਹਾਨ ਧਨ ਲੈਣ ਦੀ ਗੱਲ ਹੋਵੇ, ਭਾਵੇਂ ਧਨ ਲੈ ਕੇ ਦੇ ਦਿਓ ਭਾਵੇਂ ਉੱਦਾਂ ਦਿਓ, ਤੁਹਾਨੂੰ ਬਣਦਾ ਇਹੀ ਹੈ ਵੀ ਭੀਮ ਚੰਦ ਦੀ ਗੱਲ ਮੰਨ ਕੇ ਤੁਸੀਂ ਪ੍ਰਸਾਦੀ ਹਾਥੀ ਆਦਿਕ ਵਸਤੂਆਂ ਦੇ ਦੇਣਾ ਕਰੋ। ਫਿਰ ਇਹ ਹੰਕਾਰ ਵਿੱਚ ਆ ਕੇ ਕੇਸਰੀ ਚੰਦ ਕਹਿੰਦਾ ਵੀ ਹੁਣ ਤੁਸੀਂ ਮਹਾਰਾਜ ਕਾਹਤੋਂ ਇੰਨਾ ਗੁੱਸੇ ਵਿੱਚ ਹੁੰਦੇ ਹੋ ਵੀ 4000 ਰੁਪਈਆ ਕਾਹਦਾ ਦੇਣਾ ਕਿਹਾ। ਤੁਹਾਡੇ ਕੋਲ ਕਿਹੜਾ ਕੋਈ ਦੇਸ਼ ਹੈ ਵੀ ਤੁਹਾਡਾ ਕਿਹੜਾ ਕਿਸੇ ਥਾਂ ਦੇ ਉੱਤੇ ਰਾਜ ਹੈ ਵੀ ਜਿੱਥੋਂ ਤੁਹਾਨੂੰ ਕੋਈ ਟੈਕਸ ਆਉਂਦਾ ਹੋਵੇ, ਜਿੱਥੋਂ ਤੁਹਾਡਾ ਕੋਈ ਗੁਜ਼ਾਰਾ ਚੱਲਦਾ ਹੋਵੇ। ਆ ਲੋਕ ਹੀ ਤੁਹਾਨੂੰ ਮਹਾਰਾਜ ਅਰਪਣ ਕਰਦੇ ਆ, ਉੱਤੇ ਤੁਸੀਂ ਗੁਜ਼ਾਰਾ ਕਰਦੇ ਹੋ। ਫਿਰ ਇੰਨਾ ਗੁੱਸਾ ਇਹਨਾਂ ਵੀਰ ਰਸ ਕਾਹਦੇ ਵਾਸਤੇ ਕੀਤਾ। ਐਵੇਂ ਮਹਾਰਾਜ ਨੂੰ ਇਹਨੇ ਕਬੂਲ ਕਹਿ ਦਿੱਤੇ ਅੱਗੋਂ।
ਕਿ ਕਵੀ ਜੀ ਕਹਿੰਦੇ ਵੀ ਜਦੋਂ ਇਹਨੇ ਇਹ ਗੱਲ ਕਹੀ ਨਾ, ਪਹਿਲਾਂ ਤਾਂ ਐਵੇਂ ਹੈ ਵੀ ਜਿਹੜਾ ਮਹਾਰਾਜ ਦੇ ਅੰਦਰ 4000 ਭਾੜੇ ਦੀ ਗੱਲ ਸੁਣ ਕੇ, ਲਾਲਚ ਦੀ ਗੱਲ ਸੁਣ ਕੇ, ਜੋ ਵੀਰ ਰਸ ਦੀ ਥੋੜੀ ਜੀ ਅੰਦਰ ਅੱਗ ਬਲ ਰਹੀ ਸੀ, ਮਹਾਰਾਜ ਦੇ ਅੰਦਰ ਗੁੱਸਾ ਸੀ ਪਹਿਲਾਂ ਕੁਝ। ਉਹ ਪੰਮੇ ਪ੍ਰੋਤ ਦੀ ਗੱਲ ਜਿਹੜੀ ਸੀ ਉਹ ਮਾਨੋ ਵੀ ਥੋੜੀ ਜੀ ਅੱਗ ਹੀ ਬਲ ਰਹੀ ਸੀ ਹਾਲਾਂ ਵੀਰ ਰਸ ਦੀ। ਪਰ ਜਿਵੇਂ ਬਲਦੀ ਹੋਈ ਅੱਗ ਦੇ ਉੱਤੇ ਕੋਈ ਘਿਓ ਦੀ ਆਹੂਤੀ ਪਾ ਦੇਵੇ ਨਾ, ਘਿਓ ਪਾ ਦੇਵੇ ਤੇ ਹੋਰ ਮੱਚ ਜਾਂਦੀ ਹੈ। ਜਦੋਂ ਇਹਨੇ ਕਿਹਾ ਵੀ ਮਹਾਰਾਜ ਤੁਸੀਂ 4000 ਲਓ, ਜਿਵੇਂ ਕਿਵੇਂ ਵੀ ਵਸਤੂਆਂ ਦੇ ਦਿਓ, ਤੁਹਾਨੂੰ ਜੋਗ ਇਹੀ ਹੈ, ਤੁਹਾਡਾ ਕਿਹੜਾ ਕੋਈ ਰਾਜ ਭਾਗ ਹੈ, ਇੱਦਾਂ ਹੀ ਵਸਤੂਆਂ ਦਿਓਗੇ, ਪੈਸੇ ਆਉਣਗੇ, ਤੁਹਾਡਾ ਗੁਜ਼ਾਰਾ ਇੱਦਾਂ ਹੀ ਚੱਲਦਾ। ਇਹ ਗੱਲ ਸੁਣ ਕੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਗੁੱਸਾ ਵੀਰ ਰਸ ਹੋਰ ਪ੍ਰਜਵਲਿਤ ਹੋ ਗਿਆ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਸੂਰਮਿਓ, ਇਹ ਜਿਹੜੇ ਹੰਕਾਰੀ ਬੈਠੇ ਹਨ ਪਹਾੜੀ, ਕਹਿੰਦੇ ਵੀ ਇਹਨਾਂ ਨੂੰ ਫੜੋ, ਬਾਹਾਂ ਫੜੋ ਇਹਨਾਂ ਨੂੰ, ਤੇ ਕਹਿੰਦੇ ਫੜ ਕੇ ਕਹਿੰਦੇ ਕੱਢ ਦਿਓ। ਸਾਡੀ ਸਭਾ ਦੇ ਵਿੱਚ ਬੈਠੇ ਨੇ, ਸਾਡੇ ਦੀਵਾਨ ਵਿੱਚ ਬੈਠੇ ਹੋਏ ਕੀ ਬੋਲਦੇ ਹਨ। ਇਹਨਾਂ ਦੇ ਮਹਾਰਾਜ ਕਹਿੰਦੇ ਲੱਤਾਂ ਦੀ ਅਤੇ ਮੁਸ਼ਤਲ ਮੁੱਕੀਆਂ ਘਸੁੰਨਾਂ ਦਾ ਕਹਿੰਦੇ ਪ੍ਰਹਾਰ ਕਰੋ, ਇਹਨਾਂ ਦੇ ਗੋਡਾ ਫੇਰੋ ਇੱਕ ਤਰ੍ਹਾਂ, ਇਹਨਾਂ ਨੂੰ ਘਸੁੰਨ ਫੇਰੋ, ਪਤਾ ਲੱਗੇ ਵੀ ਗੁਰੂ ਦੇ ਦਰਬਾਰ ਦੇ ਵਿੱਚ ਗੁਰੂ ਨੂੰ ਕਿਵੇਂ ਬੋਲੀਦਾ ਹੈ। ਸਾਹਿਬ ਕਹਿੰਦੇ ਵੀ ਇਹਨਾਂ ਨੂੰ ਰਾਜੇ ਹੋਣ ਦਾ ਬੜਾ ਹੰਕਾਰ ਹੈ, ਵੀ ਅਸੀਂ ਰਾਜਪੂਤ ਹਾਂ, ਇਹਨਾਂ ਦੇ ਦਿਲ ਦਾ ਹੰਕਾਰ ਇੱਥੇ ਹੀ ਹੁਣ ਨਿਵਰਤ ਕਰਕੇ ਭੇਜਿਓ। ਜਿਵੇਂ ਅਜੋਗ ਗੱਲ ਇਹਨਾਂ ਨੇ ਕਹੀ ਹੈ, ਉਸੇ ਤਰ੍ਹਾਂ ਦਾ ਹੁਣੇ ਫਲ ਪਾ ਕੇ ਹੀ ਜਾਣਗੇ। ਮਹਾਰਾਜ ਕਹਿੰਦੇ ਵੀ ਇਹ ਗਿੱਦੜ ਹਨ, ਇਹ ਕਾਇਰ ਨੇ, ਡਰਪੋਕ ਨੇ ਅਤੇ ਕੱਚੀ ਮੱਤ ਵਾਲੇ ਜਿਹੜੇ ਪਹਾੜੀ ਲੋਕ ਹਨ। ਇਹ ਉੱਦਾਂ ਨਹੀਂ ਮਹਾਰਾਜ ਕਹਿੰਦੇ ਸਮਝਦੇ, ਇਹਨਾਂ ਨੂੰ ਆਪਣੇ ਬਲ ਦੇ ਨਾਲ ਸਮਝਾਓ। ਇਹ ਉਹ ਲੋਕ ਨੇ ਜਿਹੜੇ ਛਿੱਤਰ ਖਾ ਕੇ ਸਮਝਦੇ ਨੇ। ਤੇ ਮਹਾਰਾਜ ਕਹਿੰਦੇ ਵੀ ਇਹਨਾਂ ਦੇ ਇੱਕ ਵਾਰ ਲੱਤਾਂ ਦੇ ਨਾਲ ਮਾਰ ਕਰੋ, ਇੱਕ ਵਾਰ ਮੁੱਕੀਆਂ ਘਸੁੰਨਾਂ ਦੇ ਨਾਲ ਮਾਰ ਕਰੋ, ਤੇ ਬਲ ਵਿਖਾ ਕੇ ਸਮਝਾ ਦਿਓ ਇਹਨਾਂ ਨੂੰ ਜਿਹੜਾ ਹੰਕਾਰ ਹੋਇਆ ਏ। ਮਹਾਰਾਜ ਸਾਹਿਬ ਦਾ ਹੁਕਮ ਸੁਣ ਕੇ ਤੇ ਦੀਵਾਨ ਆਨੰਦ ਚੰਦ ਉੱਠਿਆ, ਕਿਉਂਕਿ ਗੁਰੂ ਕੇ ਸਿੱਖ ਤਾਂ ਪਹਿਲਾਂ ਹੀ ਕਚੀਚੀਆਂ ਲੈ ਰਹੇ ਸਨ ਇਹਨਾਂ ਦੀਆਂ ਕੁਰੀਤੀਆਂ ਵੇਖ ਕੇ ਵੀ ਇਹ ਜਿਹੜੇ ਪਹਾੜੀਏ ਨੇ ਵੀ ਇਹ ਕੀ ਬੋਲ ਰਹੇ ਨੇ। ਤੇ ਮਹਾਰਾਜ ਵੱਲੋਂ ਡਰਦੇ ਆ, ਗੁਰੂ ਸਾਹਿਬ ਦਾ ਡਰ ਕਰਕੇ ਕੁਝ ਕਹਿੰਦੇ ਨਹੀਂ ਸਨ। ਤੇ ਕਲਗੀਧਰ ਮਹਾਰਾਜ ਦਾ ਜਦੋਂ ਥੋੜਾ ਜਿਹਾ ਇਸ਼ਾਰਾ ਮਿਲਿਆ ਤਾਂ ਦੀਵਾਨ ਆਨੰਦ ਚੰਦ ਉਸੇ ਵੇਲੇ ਉੱਠਿਆ ਹੈ ਤੇ ਉਹਦੀ ਸਹਾਇਤਾ ਕਰਨ ਦੇ ਵਾਸਤੇ ਨਾਲ ਗੁਰੂ ਸਾਹਿਬ ਜੀ ਦੀ ਭੂਆ ਦਾ ਪੁੱਤ ਵੱਡਾ ਸੰਗੋ ਸ਼ਾਹ, ਇਹ ਵੀ ਤੁਰੰਤ ਛਾਲ ਮਾਰ ਕੇ ਉੱਠ ਖੜਾ ਹੋਇਆ। ਤੇ ਇਹਨਾਂ ਦੋਵਾਂ ਸੂਰਮਿਆਂ ਨੇ ਬੈਠੇ ਹੋਏ ਪੰਮੇ ਪ੍ਰੋਹਤ ਤੇ ਕੇਸਰੀ ਚੰਦ ਦੀ ਬਾਹਾਂ ਫੜੀ ਤੇ ਬਾਹੋਂ ਫੜ ਕੇ ਝਟਕਾ ਮਾਰ ਕੇ ਦੋਵਾਂ ਨੂੰ ਖੜੇ ਕਰ ਲਿਆ, ਬੈਠਿਆਂ ਨੂੰ ਤਾਂ ਖਿਲਾਰ ਲਿਆ। ਤੇ ਜਦੋਂ ਦੋਵੇਂ ਖਲੋ ਗਏ ਆਪਣੇ ਬਲ ਦੇ ਨਾਲ ਧੱਕਾ ਮਾਰ ਕੇ ਦੀਵਾਨ ਵਿੱਚੋਂ ਬਾਹਰ ਕੱਢਣ ਲੱਗ ਪਏ। ਤੇ ਢਿੱਲੀਆਂ ਦੀਆਂ ਪੱਗਾਂ ਬੰਨੀਆਂ ਸਨ, ਜਦੋਂ ਧੱਕਾ ਜਿਹਾ ਮਾਰਿਆ ਸੂਰਮਿਆਂ ਨੇ ਤਾਂ ਪੱਗਾਂ ਇਹਨਾਂ ਦੀਆਂ ਡਿੱਗਣ ਲੱਗੀਆਂ। ਦੋਵੇਂ ਜਾਣੇ ਆਪਣੇ ਹੱਥ ਤਾਂ ਨੂੰ ਕਰਕੇ ਆਪਣੀਆਂ ਪੱਗਾਂ ਸੰਭਾਲਦੇ ਹਨ ਤੇ ਕ੍ਰੋਧ ਬੜਾ ਕਰਦੇ ਆ, ਪਰ ਗੁਰੂ ਦੇ ਸੂਰਮਿਆਂ ਦੇ ਅੱਗੇ ਇਹਨਾਂ ਦਾ ਵਸ ਚੱਲਿਆ ਕੋਈ ਨਹੀਂ। ਨਾਲੇ ਧੱਕੇ ਖਾਂਦੇ ਤੁਰੇ ਜਾ ਰਹੇ ਆ। ਤੇ ਦੀਵਾਨ ਆਨੰਦ ਚੰਦ ਸੰਗੋ ਸ਼ਾਹ ਤੇ ਜਿਹੜੇ ਹੋਰ ਗੁਰੂ ਕੇ ਸੂਰਮੇ, ਉਹਨਾਂ ਨੂੰ ਕਹਿੰਦੇ ਹੰਕਾਰ ਵਿੱਚ ਕਹਿੰਦੇ ਵੀ ਤੂੰ ਤੇ ਤੁਹਾਡਾ ਗੁਰੂ ਕਲਗੀਧਰ, ਕਹਿੰਦੇ ਹੁਣ ਤੁਹਾਡੀ ਖੈਰ ਨਹੀਂ ਹੈ। ਕਹਿਤ ਦੇਸ ਨਿਭ ਕੇ ਤੁਮ ਬਸ ਕਰ, ਵੀ ਸਾਡੇ ਰਾਜੇ ਭੀਮ ਚੰਦ ਦਾ ਕਹਿਲੂਰ ਦੇਸ਼ ਹੈ, ਉਹਦੇ ਵਿੱਚ ਹੀ ਕਹਿੰਦੇ ਵੀ ਤੁਸੀਂ ਵਸਦੇ ਹੋ, ਸਾਡੇ ਰਾਜ ਵਿੱਚ ਰਹਿੰਦੇ ਹੋ। ਤੇ ਰਾਜੇ ਭੀਮ ਚੰਦ ਦਾ ਉਹਦੀ ਰਿਆਸਤ ਵਿੱਚ ਰਹਿੰਦਿਆਂ ਵੀ ਰਾਜੇ ਦਾ ਜਿਹੜਾ ਡਰ ਨਹੀਂ ਨਾ ਤੁਸੀਂ ਗੁਰੂ ਜੀ ਮੰਨਦੇ, ਜਾਂ ਗੁਰੂ ਕੇ ਸਿੱਖਾਂ ਨੂੰ ਕਹਿੰਦੇ ਤੁਸੀਂ ਗੁਰੂ ਦਾ, ਸਾਡੇ ਰਾਜੇ ਦਾ ਜਿਹੜਾ ਡਰ ਨਹੀਂ ਮੰਨਿਆ, ਉਹਦਾ ਫਲ ਕਹਿੰਦੇ ਹੁਣ ਦੁੱਖ ਦੇ ਰੂਪ ਵਿੱਚ ਹੀ ਵੇਖੋਗੇ, ਬੜੇ ਦੁਖੀ ਹੋਵੋਗੇ।
ਇੱਕ ਹੁਣ ਕਹਿੰਦੇ ਸਾਡੀ ਬਿਲਾਸਪੁਰ ਪਹੁੰਚਣ ਦੀ ਦੇਰ ਹੈ, ਬਸ ਜਿੰਨਾ ਸਾਨੂੰ ਰਾਹ 'ਚ ਸਮਾਂ ਲੱਗਣਾ ਉਹੀ ਸਮਾਂ ਲੱਗਣਾ ਏ। ਬਸ ਜਾਂਦਿਆਂ ਹੀ ਅਸੀਂ ਆਪਣੀਆਂ ਫੌਜਾਂ ਚੜ੍ਹਾ ਕੇ ਲਿਆਵਾਂਗੇ, ਆਨੰਦਪੁਰ ਦੇ ਵਿੱਚ ਲੁੱਟ ਮਚਾ ਦਾਂਗੇ, ਸਾਰਾ ਆਨੰਦਪੁਰ ਲੁੱਟ ਲਵਾਂਗੇ। ਕਹਿੰਦੇ ਹੁਣ ਤਾਂ ਸਾਡੇ ਦੇ ਜ਼ੋਰ ਵਿਖਾਉਂਦੇ ਹੋ, ਫੇਰ ਤੁਹਾਡੀ ਵਰਿਆਮਗੀ, ਤੁਹਾਡੀ ਸੂਰਮਤਾਈ, ਬਹਾਦਰੀ ਵੇਖਾਂਗੇ ਜਦੋਂ ਸਾਡੀਆਂ ਫੌਜਾਂ ਚੜ੍ਹ ਕੇ ਬਿਲਾਸਪੁਰੋਂ ਆਨੰਦਪੁਰ ਆਈਆਂ। ਤੁਹਾਨੂੰ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਫੜ ਕੇ ਲੈ ਜਾਵਾਂਗੇ, ਬੰਨ੍ਹ ਕੇ ਬਾਹਾਂ ਤੇ ਜਾ ਕੇ ਬਿਲਾਸਪੁਰ ਕੈਦਖਾਨੇ 'ਚ, ਜੇਲ੍ਹ 'ਚ ਪਾਵਾਂਗੇ। ਜਿੰਨਾ ਚਿਰ ਕੈਦ ਵਿੱਚ ਨਾ ਪਾਇਆ ਸਾਨੂੰ ਰਾਜਪੂਤ ਕੌਣ ਆਖੂਗਾ। ਕਹਿੰਦੇ ਹੁਣ ਤਾਂ ਅਸੀਂ ਮੰਗਣ ਵਾਲੇ ਹੋ ਕੇ ਆ ਕੇ ਵਸਤੂਆਂ ਮੰਗੀਆਂ ਨੇ ਵੀ ਸਾਨੂੰ ਪ੍ਰਸਾਦੀ, ਹਾਥੀ ਤੇ ਆ ਕੁਝ ਹੋਰ ਵਸਤੂਆਂ ਦੇ ਦਿਓ। ਕਹਿੰਦੇ ਹੁਣ ਤਾਂ ਮੰਗਣ ਵਾਲੇ ਬਣ ਕੇ ਆਏ ਸੀ ਨਾ, ਤੇ ਸਾਨੂੰ ਕੁਝ ਦਿੱਤਾ ਨਹੀਂ ਤੁਸੀਂ। ਇਹ ਪੰਮਾ ਪ੍ਰੋਧ ਦੇ ਤੋਂ ਵੀ ਜ਼ਿਆਦਾ ਜਿਹੜਾ ਕੇਸਰੀ ਚੰਦ ਹੈ ਨਾ, ਇਹ ਰਾਜਾ ਵੀ ਸੀ, ਇਹਨੂੰ ਜ਼ਿਆਦਾ ਹੰਕਾਰ ਹੈ। ਕਹਿੰਦਾ ਵੀ ਹੁਣ ਤਾਂ ਤੁਸੀਂ ਮੰਗਿਆ ਨਹੀਂ ਦਿੱਤਾ, ਆਪਣੇ ਬਲ ਨਾਲ ਸਾਰਾ ਕੁਝ ਹੀ ਖੋ ਕੇ ਖੜਾਂਗੇ ਤੁਹਾਡਾ। ਇਹ ਹੁਣ ਤੁਸੀਂ ਸਾਡੇ ਨਾਲ ਬਹੁਤਾ ਜ਼ਿਆਦਾ ਜਿਹੜਾ ਵੈਰ ਵਿਰੋਧ ਹੈ ਨਾ ਉਹੀ ਵਧਾ ਲਿਆ, ਸਾਡੇ ਨਾਲ ਤਾਂ ਪੰਗਾ ਲੈ ਲਿਆ, ਤੁਹਾਡੇ ਲਈ ਹੁਣ ਖੈਰ ਨਹੀਂ, ਸੁੱਖ ਨਹੀਂ ਹੈ। ਸੋ ਇਸ ਤਰ੍ਹਾਂ ਗੁਰੂ ਕੇ ਸੂਰਮੇ ਇਹਨਾਂ ਨੂੰ ਧੱਕਦਿਆਂ ਦੀਵਾਨ ਚੋਂ ਗੁਰੂ ਦਾ ਕਿਹਾ ਮੰਨ ਕੇ ਬਾਹਰ ਕੱਢ ਰਹੇ ਨੇ। ਇਹ ਅੱਗੋਂ ਆਕੜ ਆਕੜ ਕੇ ਕਹਿੰਦੇ ਹੁਣ ਤਾਂ ਸਾਡੀ ਤੁਸੀਂ ਇੱਜ਼ਤ ਖਰਾਬ ਕੀਤੀ ਨਾ, ਧੱਕੇ ਮਾਰੇ ਆ, ਜਦੋਂ ਫੌਜ ਲੈ ਕੇ ਆਵਾਂਗੇ ਫੇਰ ਤੁਹਾਨੂੰ ਦੱਸਾਂਗੇ। ਇਸ ਤਰ੍ਹਾਂ ਜੋ ਦੀਵਾਨ ਸਥਾਨ ਜਿੱਥੇ ਮਹਾਰਾਜ ਬੈਠੇ ਸਨ ਘਰ ਵਿੱਚ, ਉੱਥੋਂ ਬਾਹਰਲੇ ਦਰਵਾਜ਼ੇ ਤੀਕਰ ਧੱਕੇ ਮਾਰਦੇ ਆ ਇਹਨਾਂ ਨੂੰ ਲੈ ਗਏ ਸੂਰਮੇ। ਕੋਈ ਕਹਿੰਦੇ ਵੀ ਲੱਤ ਗੋਡਾ ਜਿਹਾ ਮਾਰ ਦਿੰਦਾ, ਵਿੰਗਾ ਜਿਹਾ ਕਰਕੇ, ਕੋਈ ਘਸੁੰਨ ਮੁੱਕੀ ਜੀ ਮਾਰਦਾ, ਜਿਉਂ ਜਿਉਂ ਬੋਲਦੇ ਹਨ। ਪਰ ਫੇਰ ਵੀ ਕਹਿੰਦੇ ਏਡੇ ਢੀਠ ਹੈ ਵੀ ਆਪਣੀ ਨਰਾਦਰੀ ਕਰਾ ਲਈ ਆ, ਮਾਰ ਖਾਧੀ ਗੁਰੂ ਕੇ ਸੂਰਮਿਆਂ ਕੋ, ਪਰ ਫੇਰ ਵੀ ਹੰਕਾਰ ਵਿੱਚ ਆਫਰੇ ਹੋਏ ਕੁਝ ਨਾ ਕੁਝ ਮਾੜਾ ਚੰਗਾ ਬੋਲੀ ਜਾਂਦੇ ਹਨ। ਕਹਿੰਦੇ ਤੁਹਾਡੇ ਗੁਰੂ ਨੂੰ ਤੁਹਾਡੇ ਸਮੇਤ ਫੜ ਕੇ ਖੜਾਂਗੇ ਅਸੀਂ ਇੱਥੋਂ। ਤੇ ਜਿਹੜਾ ਦੀਵਾਨ ਆਨੰਦ ਚੰਦ ਸੀ, ਜਦੋਂ ਉਹਨੇ ਸੁਣਿਆ ਨਾ ਵੀ ਇਹ ਤਾਂ ਹੰਕਾਰ ਵਿੱਚ ਕੁਝ ਬੋਲਣੋਂ ਨਹੀਂ ਹਟਦੇ, ਤਾਂ ਉਹ ਵਾਪਸ ਗੁਰੂ ਕਲਗੀਧਰ ਮਹਾਰਾਜ ਕੋਲ ਆ ਗਿਆ, ਕਿਉਂਕਿ ਇਹ ਕੁਝ ਕਰਨਾ ਚਾਹੁੰਦੇ ਨੇ ਹੋਰ ਇਹ ਤੋਂ ਵੱਧ ਸੂਰਮੇ, ਪਰ ਡਰਦੇ ਆ ਵੀ ਪਹਿਲਾਂ ਮਹਾਰਾਜ ਦੀ ਆਗਿਆ ਲੈ ਲਈਏ ਵੀ ਗੁਰੂ ਸਾਹਿਬ ਦੀ ਰਜਾਮੰਦੀ ਹੈ ਜਾਂ ਨਹੀਂ। ਤੇ ਉਸੇ ਵੇਲੇ ਦੀਵਾਨ ਆਨੰਦ ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਆਇਆ ਮੁੜ ਕੇ। ਕਹਿਣ ਲੱਗਾ, ਪੁੱਛਦਾ ਹੈ ਗੁਰੂ ਕਲਗੀਧਰ ਮਹਾਰਾਜ ਨੂੰ, ਬੂਝੇ ਗੁਰੂ ਪ੍ਰਭੂ ਇਹ ਬਿਗੜੇ ਮੁਖ ਤੇ। ਕਹਿਣ ਲੱਗਾ, ਹੈ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਆਗਿਆ ਲੈਣ ਆਏ ਹਾਂ, ਇਹ ਬੜੇ ਹੰਕਾਰੀ ਨੇ, ਮੁਖ ਤੋਂ ਬੜੇ ਬਿਗੜੇ, ਬੜੇ ਭੈੜੇ, ਬੜੇ ਹੰਕਾਰ ਦੇ ਬੋਲ ਬੋਲਦੇ ਹਨ। ਮੁਖ ਤੇ ਆਪਨ ਵੀਰਤਾ ਗਾਏ। ਤੇ ਮਹਾਰਾਜ ਮੁਖੋਂ ਆਪਣੀ ਵੀਰਤਾ ਵੀ ਅਸੀਂ ਬੜੇ ਸੂਰਮੇ ਐ, ਅਸੀਂ ਫੌਜ ਲੈ ਕੇ ਆਵਾਂਗੇ, ਤੁਹਾਨੂੰ ਬੰਨ੍ਹ ਕੇ ਲੈ ਜਾਵਾਂਗੇ, ਆਪਣੀ ਮਹਾਰਾਜ ਵੀਰਤਾ ਆਪਣੀ ਸੂਰਮਤਾਈ ਦੀਆਂ ਗੱਲਾਂ ਕਰਦੇ ਐ, ਤੇ ਉੱਦਾਂ ਤੁਹਾਡੇ ਪ੍ਰਤੀ ਮਾੜੇ ਬੋਲ ਬੋਲਦੇ ਹਨ। ਤੇ ਜੇ ਤੁਹਾਡੀ ਆਗਿਆ ਹੋਵੇ ਵੀ ਇਹ ਜਿਹੜੇ ਸੋਨੇ ਦੇ ਡੰਡੇ ਜੇ ਲੈ ਕੇ ਆਏ ਐ, ਸੋਨੇ ਦੇ ਕੰਨਾਂ 'ਚ ਨਾ ਕੁੰਡਲ ਜੇ ਪਾਏ ਹੋਏ ਹਨ ਜਾਂ ਕੜੇ ਪਾਏ ਨੇ ਸੋਨੇ ਦੇ, ਆ ਮੋਤੀਆਂ ਦੀਆਂ ਮਾਲਾ, ਚੰਗੇ ਚੰਗੇ ਜਿਹੜੇ ਸ਼ਸਤਰ ਨੇ, ਜੇ ਤੁਹਾਡੀ ਆਗਿਆ ਹੋਵੇ ਤਾਂ ਸ਼ਸਤਰਾਂ ਸਮੇਤ ਇਹਨਾਂ ਦਾ ਸਾਰਾ ਕੁਝ ਖੋਲੀਏ ਪਹਾੜੀਆਂ ਦਾ। ਵੀ ਹੰਕਾਰ ਬੜਾ ਕਰਦੇ ਐ ਵੀ ਇਹਨਾਂ ਦੇ ਕੋਲੋਂ ਸਾਰਾ ਕੁਝ ਖੋਖ ਸੁੱਟ ਕੇ ਇਹਨਾਂ ਨੂੰ ਕੱਢੀਏ ਇੱਥੋਂ। ਤੇ ਇੱਦਾਂ ਮਹਾਰਾਜ ਜੇ ਆਪਾਂ ਕਰਾਂਗੇ ਨਾ ਐਂਠ ਤਿਆਗ, ਫੇਰ ਆਪਣੀ ਆਕੜ ਜੀ ਛੱਡ ਕੇ ਤੇ ਹੌਲੇ ਹੋ ਕੇ ਇੱਥੋਂ ਜਾਣਗੇ। ਆਗਿਆ ਦਿਓ ਮਹਾਰਾਜ, ਹਾਲਾਂ ਵੀ ਹੰਕਾਰ ਕਰਦੇ ਨੇ। ਕੇਸਰੀ ਚੰਦ ਤਾਂ ਬਹੁਤਾ ਹੀ ਬੁੜਕਦਾ, ਤੇ ਇਹਨਾਂ ਦੇ ਸੋਨੇ ਦੇ ਕੜੇ ਜੇ ਕੁੰਡਲ ਜੇ ਸੋਨੇ ਦੇ ਲਾ ਕੇ ਸ਼ਸਤਰ ਸ਼ੁਸਤਰ ਚੰਗੀ ਤਰ੍ਹਾਂ ਖੋਹ ਕੇ ਭੇਜੀਏ ਤੇ ਹੌਲੇ ਹੋ ਕੇ ਜਾਣਗੇ ਬਿਲਾਸਪੁਰ। ਕਿਉਂਕਿ ਮਹਾਰਾਜ ਗੁਰੂ ਘਰ ਦੇ ਦਰੋਹੀ ਨੇ, ਨਿੰਦਕ ਨੇ, ਤੁਹਾਡੇ ਪ੍ਰਤੀ ਮਾੜਾ ਚੰਗਾ ਕਹਿੰਦੇ ਆ, ਆਗਿਆ ਦਿਓ ਇਹਨਾਂ ਦੇ ਹੱਥ ਪਿੱਛੇ ਬੰਨ੍ਹ ਕੇ ਨਰੜ ਕੇ ਇਹਨਾਂ ਨੂੰ ਇੱਥੋਂ ਭੇਜੀਏ।
ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜੂੜ ਕੇ ਬੰਨ੍ਹ ਕੇ ਕੁਝ ਕੁ ਸਮਾਂ ਤੇ ਰੱਖੀਏ ਕੋਲ, ਤੇ ਫਿਰ ਥੋੜਾ ਜਿਹਾ ਇਹਨਾਂ ਦੇ ਨਾਲ ਮਾਰ ਕੁਟਾਈ ਕਰਕੇ ਕੋਈ ਦੁੱਖ ਦੇ ਕੇ ਫਿਰ ਇਹਨਾਂ ਨੂੰ ਛੱਡਣਾ ਕਰਾਂਗੇ। ਤੇ ਫਿਰ ਜਦੋਂ ਮਹਾਰਾਜ ਜਾਣਗੇ ਨਾ ਬਿਲਾਸਪੁਰ ਦੇ ਰਸਤੇ, ਫਿਰ ਰੋਂਦੇ ਜਾਣਗੇ। ਹੁਣ ਤਾਂ ਹੰਕਾਰ ਕਰਕੇ ਅੱਗੋਂ ਬੋਲਦੇ ਆ, ਇੱਕ ਵਾਰ ਥੋੜਾ ਜਿਹਾ ਸਾਨੂੰ ਤੁਸੀਂ ਖੁੱਲ ਹੋਰ ਦੇ ਦਿਓ। ਰੋਂਦੇ ਜਾਣਗੇ ਫਿਰ ਵੀ ਅਸੀਂ ਕਾਹਤੋਂ ਗੁਰੂ ਨੂੰ ਮਾੜਾ ਬੋਲੇ ਆ। ਫਿਰ ਚੰਗੀ ਤਰ੍ਹਾਂ ਜਾ ਕੇ ਭੀਮ ਚੰਦ ਕੋ ਪੁਕਾਰ ਵੀ ਕਰਨਗੇ, ਫਰਿਆਦ ਕਰਨਗੇ ਵੀ ਸਾਨੂੰ ਤਾਂ ਬਹੁਤ ਗੁਰੂ ਨੇ ਕੁੱਟਿਆ ਮਾਰਿਆ। ਜਿਵੇਂ ਫਿਰ ਮਹਾਰਾਜ ਇਹਨਾਂ ਨਾਲ ਇੱਥੇ ਬੀਤੇਗੀ ਫੇਰ ਹੀ ਗੱਲ ਦੱਸਣਗੇ ਨਾ। ਜੇ ਇਹਨਾਂ ਦਾ ਥੋੜਾ ਜਿਹਾ ਮਾਰ ਕੁਟਈਆ ਕਰਾਂਗੇ ਫੇਰ ਤਾਂ ਰਾਜੇ ਨੂੰ ਜਾ ਕਰਕੇ ਦੱਸਣਗੇ। ਜੇ ਇਹਨਾਂ ਨੂੰ ਥੋੜਾ ਜਿਹਾ ਮਹਾਰਾਜ ਤੁਸੀਂ ਸਾਨੂੰ ਖੁੱਲ੍ਹ ਨਾ ਦਿੱਤੀ ਤੇ ਸੰਕਟ ਨਾ ਮਿਲਿਆ ਇਹ ਪੰਮੇ ਪ੍ਰੋਧ ਨੂੰ ਤੇ ਕੇਸਰੀ ਚੰਦ ਨੂੰ, ਇਹਦੇ ਨਾਲ ਦੇ ਸਾਥੀਆਂ ਨੂੰ, ਨਹੀਂ ਤਾਂ ਭੀਮ ਚੰਦ ਦੇ ਕੋਲ ਆਪਣੇ ਰਾਜੇ ਕੋਲ ਆਪਣੀ ਵੀਰਤਾ ਹੀ ਕਹਿਣਗੇ, ਜਾ ਕੇ ਆਪਣੀ ਸੂਰਮਗਤੀ ਦੀਆਂ ਗੱਲਾਂ ਕਰਨਗੇ ਵੀ ਅਸੀਂ ਡਰੇ ਨਹੀਂ ਗੁਰੂ ਤੋਂ। ਤੇ ਆਪਣੇ ਰਾਜੇ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਮਹਾਰਾਜ ਝੂਠੀਆਂ ਗੱਲਾਂ ਬਣਾ ਬਣਾ ਕੇ ਕਹਿਣਗੇ ਵੀ ਅਸੀਂ ਨਹੀਂ ਡਰੇ, ਅਸੀਂ ਗੁਰੂ ਦਾ ਡਰ ਨਹੀਂ ਮੰਨਿਆ ਉਹਦੀ ਸਭਾ ਵਿੱਚ ਵੀ। ਧੰਨ ਗੁਰੂ ਕਲਗੀਧਰ ਮਹਾਰਾਜ ਨੂੰ ਜਦੋਂ ਦੀਵਾਨ ਆਨੰਦ ਚੰਦ ਨੇ ਕਿਹਾ ਨਾ ਵੀ ਗੁਰੂ ਸਾਹਿਬ ਆਗਿਆ ਦਿਓ ਇਹਨਾਂ ਨੂੰ ਲੁੱਟ ਖਸੁੱਟ ਕੇ ਤੇ ਕੁੱਟ ਕੇ ਕੱਢੀਏ ਇੱਥੋਂ, ਤਾਂ ਰਾਜਨੀਤੀ ਦਾ ਜੋ ਧਰਮ ਹੁੰਦਾ ਹੈ ਮਰਿਆਦਾ, ਉਹਨੂੰ ਵਿਚਾਰ ਕਰਕੇ ਚੰਗੀ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਜੀ ਨੇ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਤੇ ਕਹਿਣ ਲੱਗੇ ਵੀ ਨਹੀਂ ਆਨੰਦ ਚੰਦ ਜੀ ਇੱਦਾਂ ਨਹੀਂ ਕਰਨਾ, ਵੀ ਇਹ ਠੀਕ ਹੈ ਵੀ ਇਹਨਾਂ ਆਪਣੇ ਵਕੀਲਾਂ ਵਾਲਾ ਫਰਜ਼ ਨਿਭਾਉਣ ਤੋਂ ਅੱਗੇ ਵੱਧ ਕੇ ਹੰਕਾਰ ਵਿੱਚ ਕੁਝ ਬੋਲੇ, ਪਰ ਵਕੀਲ ਬਣ ਕੇ ਆਏ ਨੇ ਆਪਣੇ ਕੋਲ, ਇਹ ਦੂਤ ਬਣ ਕੇ ਆਏ ਹਨ। ਤੇ ਜਿਹੜਾ ਭਾਵੇਂ ਦੁਸ਼ਮਣ ਦਲ ਦਾ ਵੀ ਕਹਿੰਦੇ ਦੂਤ ਆਵੇ, ਉਹਦੇ ਕੋਲੋਂ ਵੀ ਕੋਈ ਲੁੱਟ ਖੋਹ ਕਰਨੀ ਨਹੀਂ ਚਾਹੀਦੀ। ਇਹਨਾਂ ਦੇ ਕੋਲੋਂ ਆਪਾਂ ਇਹ ਸ਼ਸਤਰ ਲੁੱਟਣੇ ਜਾਂ ਇਹਨਾਂ ਨੂੰ ਕੁੱਟਣਾ ਇਹ ਚੰਗੀ ਗੱਲ ਨਹੀਂ ਹੈ, ਮਰਿਆਦਾ ਵਿੱਚ ਨਹੀਂ ਹੈ। ਬਸ ਜੇ ਬਹੁਤਾ ਹੰਕਾਰ ਕਰਦੇ ਆ ਤੇ ਇਹਨਾਂ ਲਈ ਇੰਨਾ ਹੀ ਕਾਫੀ ਹੈ ਵੀ ਇਹਨਾਂ ਦਾ ਨਰਾਦਰ ਜਿਹਾ ਕਰਕੇ ਧੱਕੇ ਜੇ ਮਾਰ ਕੇ ਕੱਢ ਦਿਓ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ। ਇੰਨੀ ਤੁਹਾਨੂੰ ਆਗਿਆ ਦੇ ਦਿੰਦੇ ਆ ਵੀ ਜਿੱਥੇ ਕਿ ਇਹਨਾਂ ਨੇ ਡੇਰਾ ਲਾਇਆ ਉੱਥੋਂ ਤਾਈਂ ਸੂਰਮੇ ਇਹਨਾਂ ਨੂੰ ਧੱਕੇ ਮਾਰਦੇ ਕਹਿੰਦੇ ਵੀ ਡੇਰੇ ਤਾਈਂ ਛੱਡ ਕੇ ਆਉਣ। ਇਹਨਾਂ ਦੀ ਇੱਜ਼ਤ ਜਿਹੜੀ ਇੱਦਾਂ ਹੀ ਖਰਾਬ ਕਰੋ, ਸਾਰੇ ਲੋਕ ਅਨੰਦਪੁਰ ਸਾਹਿਬ ਦੇ ਵੇਖਣ, ਪਹਾੜੀਆਂ ਨੂੰ ਪਤਾ ਲੱਗੇ ਵੀ ਗੁਰੂ ਘਰ ਹੰਕਾਰ ਕਿਵੇਂ ਕਰੀਦਾ ਆ ਕੇ। ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਕਹਿੰਦੇ ਅਬੈ ਅਰੂਢਨ ਮੂਢਨ ਕੋ ਕਹੋ। ਮਹਾਰਾਜ ਕਹਿੰਦੇ ਨਾ ਮੂਰਖਾਂ ਨੂੰ ਹੁਣ ਹੋਰ ਨਾ ਕੁਝ ਕਹੋ, ਇਹਨਾਂ ਨੂੰ ਕਹੋ ਵੀ ਬਸ ਆਨੰਦਪੁਰ ਟਿਕੋ ਨਾ, ਇੱਥੋਂ ਛੇਤੀ ਹੀ ਨਿਕਲ ਜਾਓ ਆਨੰਦਪੁਰ ਛੱਡ ਕੇ। ਤੇ ਇੰਨਾ ਕੁ ਡਰਾਵਾ ਦੇ ਦਿਓ ਵੀ ਜੇ ਤੁਸੀਂ ਆਨੰਦਪੁਰੋਂ ਅੱਜ ਤੁਰੇ ਨਾ ਤੇ ਤੁਹਾਡਾ ਸਾਰਾ ਕੁਝ ਇੱਥੇ ਖੋਹ ਖਸੁੱਟ ਲੈਣਗੇ ਸਾਡੇ ਸੂਰਮੇ। ਆਪ ਦੀਵਾਨ ਆਨੰਦ ਚੰਦ ਕਲਗੀਧਰ ਮਹਾਰਾਜ ਦੀ ਆਗਿਆ ਸੁਣ ਕੇ ਤੇ ਫੇਰ ਕੇਸਰੀ ਚੰਦ ਤੇ ਪੰਮਾ ਪ੍ਰੋਧ ਜਿੱਥੇ ਬਾਹਰ ਦਰਵਾਜ਼ੇ ਤੋਂ ਕੱਢੇ ਸੀ ਉੱਥੇ ਚਲਾ ਗਿਆ। ਜਿਨ੍ਹਾਂ ਦੋਵਾਂ ਨੂੰ ਨਾਲ ਦੇ 20 ਨੂੰ ਸੂਰਮੇ ਧੱਕੇ ਮਾਰਦਿਆਂ ਹੋਇਆਂ ਰਸਤੇ ਤੋਂ ਲੈ ਕੇ ਜਾ ਰਹੇ ਸਨ। ਜਿੱਥੇ ਇਹਨਾਂ ਨੇ ਡੇਰਾ ਕੀਤਾ ਸੀ ਆਨੰਦਪੁਰ, ਉਥੋਂ ਤੀਕਰ ਧੱਕੇ ਮਾਰ ਕੇ ਇਹਨਾਂ ਨੂੰ ਲੈ ਕੇ ਗਏ। ਫਿਰ ਦੀਵਾਨ ਆਨੰਦ ਚੰਦ ਨੇ ਉੱਚੀ ਆਵਾਜ਼ ਦੇ ਕਰਕੇ ਇਹਨਾਂ ਨੂੰ ਕਿਹਾ, ਕੇਸਰੀ ਚੰਦ ਦੇ ਸਮੇਤ ਜਿੰਨੇ ਵੀ ਪਹਾੜੀਏ ਸਨ, ਕਹਿਣ ਲੱਗੇ ਵੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤਾਂ ਆਪਣਾ ਤੰਬੂ ਜਿਹੜਾ ਡੰਡਾ ਬੋਰੀਆ ਹੁਣੇ ਹੀ ਕਹਿੰਦੇ ਵੀ ਗੋਲ ਕਰੋ ਤੇ ਇੱਥੋਂ ਨਿਕਲੋ, ਵਸਤ ਸੰਭਾਲੋ, ਸਾਰੀਆਂ ਵਸਤਾਂ ਸੰਭਾਲੋ, ਘੋੜਿਆਂ ਦੇ ਕਾਠੀਆਂ ਪਾ ਲਓ ਛੇਤੀ, ਆਨੰਦਪੁਰ ਸਾਹਿਬ ਚੋਂ ਨਿਕਲੋ ਤੇ ਆਪਣਾ ਰਸਤਾ ਵਾਚੋ, ਬਿਲਾਸਪੁਰ ਨੂੰ ਤੁਰਦੇ ਬਣੋ, ਇੱਥੇ ਠਹਿਰਿਓ ਨਾ ਇੱਕ ਛਿਨ ਵਾਸਤੇ ਵੀ। ਜੇ ਤੁਹਾਨੂੰ ਆਪਣੀ ਜਾਨ ਪਿਆਰੀ ਹੈ ਤਾਂ ਦੀਵਾਨ ਆਨੰਦ ਚੰਦ ਕਹਿੰਦਾ ਦੇਰ ਨਾ ਲਾਓ, ਜੇ ਇੱਥੇ ਟਿਕੇ ਰਹੋਗੇ ਤੇ ਸਾਡੇ ਸੂਰਮਿਆਂ ਨੇ ਛੱਡਣਾ ਨਹੀਂ ਕਿਸੇ ਨੂੰ ਤੁਹਾਨੂੰ, ਨਹੀਂ ਤਾਂ ਤੁਹਾਡਾ ਡੇਰਾ ਵੀ ਸਾਰਾ ਲੁੱਟਿਆ ਜਾਊਗਾ, ਘੋੜੇ ਵੀ ਖੋਲਾਂਗੇ, ਤੰਬੂ ਵੀ ਖੋਲਾਂਗੇ, ਜੋ ਕੁਝ ਸ਼ਸਤਰ ਬਸਤਰ ਸਾਰੇ ਖੋਹ ਲਵਾਂਗੇ।
ਆ ਫਿਰ ਨੰਗੇ ਪੈਰੀ ਕਹਿੰਦੇ ਜਾਣਾ ਪਊਗਾ। ਹੁਣ ਵੇਲਾ ਹੈ ਵੀ ਆਪਣਾ ਸਭ ਕੁਝ ਸੰਭਾਲ ਕਰਕੇ ਤੇ ਨਿਕਲ ਜਾਓ। 100 ਕੁ ਸਿਪਾਹੀ ਲੈ ਕੇ ਆਏ ਸਨ, 100 ਕੁ ਸ਼ਸਤਰ ਧਾਰੀ ਇਹਨਾਂ ਨਾਲ ਸੂਰਮੇ ਸੀ। ਜਦੋਂ ਆਨੰਦ ਚੰਦ ਨੇ ਇਹਨਾਂ ਨੂੰ ਇਦਾਂ ਕਿਹਾ ਵੀ ਨਿਕਲੋ ਇੱਥੋਂ, ਇਹ ਤਾਂ ਤੁਹਾਡੇ ਭਾਗ ਚੰਗੇ ਐ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ, ਜੋ ਕਿਰਪਾ ਦੇ ਸਮੁੰਦਰ ਨੇ ਤੁਹਾਨੂੰ ਛਡਾ ਲਿਆ, ਨਹੀਂ ਤਾਂ ਸਾਡੀ ਤੇ ਨਹੀਂ ਸੀ ਰਹਿ ਤੁਹਾਨੂੰ ਛੱਡਣ ਦੀ। ਇਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ ਕਿਹਾ ਵੀ ਇਹਨਾਂ ਨੂੰ ਕੁਝ ਨਾ ਕਹੋ, ਨਹੀਂ ਤਾਂ ਸਾਰੇ ਸਿੱਖ ਤਿਆਰ ਬੈਠੇ ਸੀ। ਮਾੜਾ ਜਿਹਾ ਮਹਾਰਾਜ ਇਸ਼ਾਰਾ ਕਰਦੇ, ਕੱਲੇ ਕੱਲੇ ਨੂੰ ਫੜ ਕੇ ਇੱਥੇ ਗੋਡਾ ਗੇੜਨਾ ਸੀ, ਨਾਲੇ ਬਾਹਾਂ ਬੰਨ੍ਹ ਕੇ ਪਿਛੇ ਨੂੰ ਤੇ ਪੁੱਠਿਆਂ ਲਮਕਾ ਕੇ ਚੰਗੀ ਸੇਵਾ ਕਰਨੀ ਸੀ ਤੁਹਾਡੀ। ਇਹ ਤਾਂ ਗੁਰੂ ਕਲਗੀਧਰ ਮਹਾਰਾਜ ਦਾ ਸ਼ੁਕਰ ਕਰੋ ਜਿਹੜਾ ਮਹਾਰਾਜ ਨੇ ਤੁਹਾਡੀ ਜਾਨ ਬਖਸ਼ਾ ਦਿੱਤੀ ਹੈ ਸੂਰਮਿਆਂ ਦੇ ਕੋਲੋਂ। ਜਦੋਂ ਦੀਵਾਨ ਆਨੰਦ ਚੰਦ ਨੇ ਇਸ ਤਰ੍ਹਾਂ ਕਿਹਾ ਤੇ ਬਾਕੀ ਉਹਨਾਂ ਵੇਖਿਆ ਵੀ ਸਾਡੇ ਤਾਂ ਰਾਜੇ ਕੇਸਰੀ ਚੰਦ ਤੇ ਪੰਮੇ ਪ੍ਰੋਧ ਦਾ ਵੀ ਹੱਥ ਹੌਲਾ ਹੋ ਗਿਆ, ਉਹ ਬਾਕੀ ਵੀ ਸਾਰੇ ਉਸੇ ਵੇਲੇ ਡਰ ਗਏ। ਬਹੁਤ ਛੇਤੀ ਨਾਲ ਕਹਿੰਦੇ ਸੁਚੇਤ ਹੋ ਕੇ ਤਿਆਰੀ ਕੀਤੀ ਵੀ ਜਾਨ ਬਚਾਉਣੀ ਹੈ ਤਾਂ ਨਿਕਲੋ ਆਨੰਦਪੁਰ ਸਾਹਿਬ ਤੋਂ। ਆ ਘੋੜਿਆਂ ਦੇ ਜਿਵੇਂ ਕਿਵੇਂ ਕਾਠੀਆਂ ਪਾਈਆਂ, ਚੰਗੀ ਤਰ੍ਹਾਂ ਤੰਗ ਵੀ ਨਹੀਂ ਬੰਨੇ। ਕਹਿੰਦੇ ਘਰਾਂ ਆਨੰਦਪੁਰੋਂ ਨਿਕਲੋ, ਫੇਰ ਕਾਠੀ ਵੀ ਸਵਾਰ ਲਵਾਂਗੇ। ਘੋੜਿਆਂ ਤੇ ਚੜ ਕੇ ਤੁਰ ਪਏ। ਆਪਣੇ ਘਰਾਂ ਨੂੰ ਬਿਲਾਸਪੁਰ ਵੱਲ ਨੂੰ ਮੂੰਹ ਕਰਕੇ ਇਹ ਸਾਰੇ ਹੀ 102 ਘੋੜਸਵਾਰ ਚੱਲ ਪਏ। 2 ਇੱਕ ਪੰਮਾ ਪ੍ਰੋ ਤੇ ਕੇਸਰੀ ਚੰਦ ਤੇ 100 ਇਹਨਾਂ ਨਾਲ ਹੋਰ ਸੂਰਮੇ। ਆਪਣੇ ਦਿਲ ਦੇ ਵਿੱਚ ਬੜੇ ਪਛਤਾਪ ਕਰਦੇ ਜਾਂਦੇ, ਕਹਿੰਦੇ ਸਾਡੇ ਨਾਲ ਤੇ ਬਹੁਤ ਮਾੜੀ ਹੋਈ ਅੱਜ। ਕਹਿੰਦੇ ਵੀ ਸਾਨੂੰ ਤਾਂ ਗੁਰੂ ਸਾਹਿਬ ਦਾ ਭੇਦ ਪਤਾ ਹੀ ਨਹੀਂ ਸੀ, ਇੱਦਾਂ ਪਤਾ ਹੀ ਨਹੀਂ ਸੀ ਵੀ ਅਸੀਂ ਕੋਈ ਹੰਕਾਰ ਦੀ ਗੱਲ ਕਵਾਂਗੇ ਤੇ ਉਥੋਂ ਧੱਕੇ ਵੀ ਵੱਜ ਸਕਦੇ ਹਨ। ਬੜੇ ਦੁਖੀ ਹੋ ਕੇ ਸਾਰਾ ਹੀ ਰਸਤਾ ਲੰਘ ਕਰਕੇ ਬਿਲਾਸਪੁਰ ਪਹੁੰਚੇ। ਜਿਨ੍ਹਾਂ ਦੇ ਕਹਿੰਦੇ ਵੀ ਗੁੱਝੀਆਂ ਸੱਟਾਂ ਲੱਗੀਆਂ ਨੇ, ਕਿਉਂਕਿ ਘਸੁੰਨ ਮੁੱਕੀ ਫੇਰੀ ਆ ਸੂਰਮਿਆਂ ਨੇ ਤੇ ਆਪਣੇ ਅੰਗਾਂ ਤੇ ਹੱਥ ਲਾ ਲਾ ਕੇ ਆਏ ਆਏ ਕਰਦੇ ਜਾਂਦੇ ਹਨ। ਇੱਧਰ ਜਦੋਂ ਆਨੰਦਪੁਰੋਂ ਕੱਢੇ ਨਾ ਪਹਾੜੀਏ ਤਾਂ ਗੁਰੂ ਕਲਗੀਧਰ ਮਹਾਰਾਜ ਜਿਹੜੇ ਹਰ ਵੇਲੇ ਤਿਆਰ ਰਹਿੰਦੇ, ਸਤਿਗੁਰਾਂ ਨੇ ਉਸੇ ਵੇਲੇ ਤਿਆਰੀ ਕਰ ਲਈ, ਹੋਰ ਸਾਵਧਾਨ ਹੋ ਗਏ। ਸਾਰਿਆਂ ਸੂਰਮਿਆਂ ਨੂੰ ਜੰਗ ਦੀ ਸਮੱਗਰੀ ਵੰਡ ਦਿੱਤੀ ਵੀ ਤਿਆਰ ਰਹੋ, ਜੇ ਪਹਾੜੀ ਆਉਣਗੇ ਤਾਂ ਉਹਨਾਂ ਦੇ ਮੂੰਹ ਮੋੜਨ ਵਾਸਤੇ। ਹਾਂ, ਬਹੁਤੀਆਂ ਗੋਲੀਆਂ ਮਹਾਰਾਜ ਸਾਹਿਬ ਨੇ ਵਰਤਾ ਦਿੱਤੀਆਂ, ਬਹੁਤਾ ਬਰੂਦ ਜਿਹੜਾ ਜੰਗ ਵਿੱਚ ਕੰਮ ਆਉਣ ਵਾਲਾ ਵਰਤਾ ਦਿੱਤਾ। ਹਾਂ, ਬਰਸ਼ੇ ਦੇ ਦਿੱਤੇ ਮਹਾਰਾਜ ਸਾਹਿਬ ਨੇ ਕਿੰਨੇ ਇੱਕ ਸੂਰਮੇ ਨੂੰ। ਫਿਰ ਤੀਰ ਧਨਖ ਲੈ ਕੇ ਸੂਰਮਿਆਂ ਦੇ ਅੰਦਰ ਬੜਾ ਉਮਾ, ਬੜਾ ਉਤਸ਼ਾਹ ਪੈਦਾ ਹੋ ਰਿਹਾ ਏ। ਆ ਸੂਰਮੇ ਤਾਂ ਪਹਿਲਾਂ ਹੀ ਉਡੀਕਾਂ ਕਰਦੇ ਸੀ ਵੀ ਕਹਿੰਦੇ ਹੁਣ ਜੰਗ ਪਊਗਾ, ਅਖਾੜਾ ਮਚੇਗਾ। ਕਹਿੰਦੇ ਹੁਣ ਅਸੀਂ ਵੀ ਮਿਟਾਂਗੇ ਨਹੀਂ, ਘੱਟ ਨਹੀਂ ਕਰਾਂਗੇ। ਜਿਹੜੇ ਦੁਸ਼ਮਣ ਪਹਾੜੀਏ ਚੜ ਕੇ ਆਉਣਗੇ ਉਹਨਾਂ ਦੇ ਨਾਲ ਕਹਿੰਦੇ ਸਾਵਾਂ ਜੰਗ ਕਰਾਂਗੇ। ਜਦੋਂ ਮਹਾਰਾਜ ਸਾਹਿਬ ਨੇ ਉਹਨਾਂ ਦੀ ਸੇਵਾ ਕਰਕੇ ਕੁੱਟ ਕਟਈਆ ਕਰਕੇ ਕੱਢਿਆ ਰਾਜੇ ਕੇਸਰੀ ਚੰਦ ਨੂੰ, ਤਾਂ ਜਿਹੜੇ ਉੱਥੇ ਬੈਠੇ ਵੱਡੀਆਂ ਗੋਗੜਾਂ ਵਾਲੇ ਵਿਹਲੀਆਂ ਖਾਣ ਵਾਲੇ ਮਸੰਦ ਸੀ ਉਹ ਸਾਰੇ ਹੀ ਡਰ ਗਏ ਉਸੇ ਵੇਲੇ। ਇਹ ਤਾਂ ਸਾਹੋ ਸਾਈ ਹੋਏ, ਮਾਤਾ ਗੁਜਰੀ ਜੀ ਦੇ ਕੋਲ ਚਲੇ ਗਏ ਵੀ ਮਾਤਾ ਹੀ ਹੈ, ਜੇ ਉਹ ਬਚਾ ਕਰ ਲਏ ਤਾਂ ਠੀਕ ਹੈ, ਨਹੀਂ ਤੇ ਫੌਜ ਚੜ ਕੇ ਆਵੇਗੀ। ਹੁਣ ਸਾਰੀ ਗੱਲ ਜਿਵੇਂ ਸਭਾ ਦੇ ਵਿੱਚ ਹੋਈ ਮਾਤਾ ਗੁਜਰੀ ਜੀ ਨੂੰ ਸੁਣਾਈ ਮਸੰਦਾਂ ਨੇ। ਮਾਤਾ ਜੀ, ਪਹਾੜੀ ਰਾਜਾ ਜਿਹੜਾ ਭੀਮ ਚੰਦ ਹੈ, ਰਿਸ਼ਤੇ 'ਚ ਲੱਗਦਾ ਉਹਦਾ ਸਾਲਾ ਰਾਜਾ ਕੇਸਰੀ ਚੰਦ ਤੇ ਉਹਦੀ ਕੁੱਲ ਦਾ ਜਿਹੜਾ ਪ੍ਰੋਹਤ ਹੈ ਪੰਮਾ ਪ੍ਰੋਹਤ, ਇਹ ਆਏ ਸੀ ਗੁਰੂ ਸਾਹਿਬ ਕੋਲ ਚੱਲ ਕੇ। ਵੇਖੋ ਮਹਾਰਾਜ ਨੇ ਕੀ ਕੀਤਾ ਏ ਵੀ ਉਹਨਾਂ ਦੀ ਇੱਜ਼ਤ ਪੱਤ ਉਤਾਰ ਦਿੱਤੀ, ਨਰਾਦਰੀ ਕਰ ਦਿੱਤੀ ਆਇਆਂ ਦੀ। ਤੇ ਵੇਖੋ ਵੀ ਇੱਥੋਂ ਇੱਕ ਵਾਰਾਂ ਤਾਂ ਚਲੋ ਨਰਾਦਰੀ ਕਰਕੇ ਮਾਤਾ ਜੀ ਉਹਨਾਂ ਨੂੰ ਕੱਢਤਾ, ਪਰ ਉਹਨਾਂ ਨੂੰ ਮਨਾਉਣ ਵਾਸਤੇ ਕਿਸੇ ਨੇ ਜਾ ਕੇ ਰੋਕਿਆ ਹੀ ਨਹੀਂ।
ਵੀ ਚਲੋ ਇੱਕ ਰਾਂ ਗੁੱਸੇ ਜਾ ਕੇ ਨਰਾਦਰੀ ਕਰਤੀ ਹੈ ਵੀ ਜਾ ਕੇ ਮਨਾ ਕੇ ਲੈ ਆਈਏ, ਕੋਈ ਮਨਾਉਣ ਵੀ ਨਹੀਂ ਗਿਆ ਉਹਨਾਂ ਨੂੰ। ਕਿਸੇ ਆਵਿਆ ਬਚਮੋ ਬਿਠਾਵੇ। ਮਾਤਾ ਜੀ ਹੁਣ ਤਾਂ ਬਹੁਤ ਬੁਰਾ ਹਾਲ ਹੋਏਗਾ। ਭੀਮ ਚੰਦ ਬੜਾ ਗੁੱਸੇ ਵਿੱਚ ਆ ਕੇ ਆਪਣੀਆਂ ਫੌਜਾਂ ਭੇਜੂ ਆਨੰਦਪੁਰ। ਕਹਿੰਦੇ ਵੀ ਹੁਣ ਜੰਗ ਪਊਗੀ, ਇਸ ਤਰ੍ਹਾਂ ਬੜੀ ਕਲੇ ਬੜਾ ਹੀ ਮਾਤਾ ਜੀ ਝਗੜਾ ਬਖੇੜਾ ਪੈਦਾ ਹੋਵੇਗਾ। ਪਤਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਹਕ ਬਿਨਾਂ ਕਾਰਨੀ ਐਡਾ ਵੱਡਾ ਕਦ ਲਈ ਉਤਪਾਦ ਐਵੇਂ ਝਗੜਾ ਜਿਹਾ ਪੈਦਾ ਕਰ ਲੈਂਦੇ ਹਨ। ਕਿਸੇ ਦਾ ਵੀ ਮਾਤਾ ਜੀ ਕਿਹਾ ਹੋਇਆ ਮੰਨਦੇ ਹੀ ਨਹੀਂ ਹੈ। ਭਾਵ ਸਾਡੀ ਮਸੰਦਾਂ ਦੀ ਗੱਲ ਨਹੀਂ ਮੰਨਦੇ, ਸਾਡੇ ਮਸੰਦਾਂ ਦੇ ਆਖੇ ਨਹੀਂ ਲੱਗਦੇ। ਦਿਨ ਪ੍ਰਤ ਦਿਨ ਮਾਰ ਬਕਾਰ ਬਹੁਤ ਕਰਦੇ ਆ। ਕਦੀ ਫੌਜ ਲੈ ਕੇ ਖੱਬੇ ਨੂੰ ਚਲੇ ਜਾਂਦੇ ਆ, ਮਾਰ ਲੋ ਕਰਦੇ ਆ, ਕਦੀ ਸੱਜੇ ਨੂੰ, ਕਦੀ ਕਿਸੇ ਪਾਸੇ ਸ਼ਿਕਾਰ ਖੇਡਦੇ ਹਨ। ਫਿਰ ਮਹਾਰਾਜ ਦੇ ਸੂਰਮੇ ਵੀ ਘੱਟ ਨਹੀਂ ਕਰਦੇ। ਉਹ ਕਹਿੰਦੇ ਗੁਰੂ ਸਾਹਿਬ ਜੀ ਆਗਿਆ ਦਿਓ, ਅੱਜ ਲਾਹੌਰ ਹੀ ਲੁੱਟ ਕੇ ਲੈ ਆਵਾਂਗੇ ਬਿਨਾਂ ਦੇਰੀ ਤੋਂ। ਤੇ ਇਦਾਂ ਵੀ ਕਹਿੰਦੇ ਮਹਾਰਾਜ ਜਿਹੜੇ ਸਮੂਹ ਤੁਰਕ ਹੈ ਨਾ, ਇਹਨਾਂ ਨੂੰ ਮਾਰ ਕੇ ਜੰਗ ਦੇ ਵਿੱਚ ਅਸੀਂ ਫਤਿਹ ਲਵਾਂਗੇ, ਤੁਹਾਡੀ ਆਗਿਆ ਚਾਹੀਦੀ ਆ। ਤੇ ਫਿਰ ਮਾਤਾ ਜੀ ਜਿਵੇਂ ਸਿੱਖ ਕਹਿੰਦੇ ਆ, ਮਹਾਰਾਜ ਸਾਹਿਬ ਉਹਨਾਂ ਨੂੰ ਹੋਰ ਹੱਲਾਸ਼ੇਰੀ ਦਿੰਦੇ ਆ। ਮਹਾਰਾਜ ਕਹਿੰਦੇ ਵੀ ਅਸੀਂ ਜਿਹੜੇ ਲਾਹੌਰ ਦੇ ਤਾਈਂ ਕਹਿੰਦੇ ਲੁੱਟ ਲਵਾਂਗੇ, ਤੁਰਕਾਂ ਨੂੰ ਸੋਧ ਕੇ ਤੇ ਆਪਣੇ ਸਿੱਖਾਂ ਨੂੰ ਵੱਡਾ ਰਾਜ ਦੇਵਾਂਗੇ, ਲਾਹੌਰ ਤੇ ਖਾਲਸੇ ਨਿਸ਼ਾਨ ਚੜਾਵਾਂਗੇ। ਮਹਾਰਾਜ ਇਦਾਂ ਰੌਲਾ ਪੈਂਦਾ ਹੈ ਮਾਤਾ ਜੀ। ਮਹਾਰਾਜ ਸਾਹਿਬ ਜੀ ਤੇ ਗੁਰੂ ਕੇ ਸੂਰਮੇ ਕਹਿੰਦੇ ਰਹਿੰਦੇ ਆ, ਕਹਿੰਦੇ ਵੀ ਅਸੀਂ ਪਿਸ਼ੌਰ ਦੇ ਉੱਤੇ ਚੜ੍ਹਾਈ ਕਰਕੇ ਜਾਵਾਂਗੇ, ਪਿਸ਼ੌਰ ਦੇ ਉੱਤੇ ਜਾ ਕੇ ਉੱਥੇ ਵੀ ਬਹੁਤ ਹਮਲਾ ਘਾਲ ਕੇ ਵੈਰੀਆਂ ਦਾ ਨਾਸ਼ ਕਰਾਂਗੇ। ਮੁਲਤਾਨ ਆਦਿਕ ਜਿਹੜੇ ਉਹਨਾਂ ਨੂੰ ਵੀ ਆਪਣੇ ਅਧੀਨ ਕਰਾਂਗੇ। ਤਾਂ ਮਹਾਰਾਜ ਦੇ ਬਚਨ ਹੋਰ ਵੀ ਮਿਲਦੇ ਨਾ ਵੀ ਲੰਕ ਲੂਟ ਮੈਂ ਲਿਆਉਂ। ਕਹਿੰਦੇ ਵੀ ਲੰਕਾ ਤੀਕਰ ਸਾਰੇ ਪਾਸੇ ਗੁਰੂ ਕੇ ਖਾਲਸੇ ਦਾ ਰਾਜ ਕਰਾਂਗੇ। ਸਤਿ ਸ੍ਰੀ ਅਕਾਲ ਦੇ ਜਕਾਰੇ ਸਾਰੀ ਦੁਨੀਆ ਜੀ ਗੂੰਜਣਗੇ। ਤੇ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਦਾ ਜਿਹੜਾ ਜਕਾਰਾ ਸਾਰੀ ਦੁਨੀਆ ਵਿੱਚ ਗੂੰਜਦਾ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੀ ਸ਼ਿਕਾਇਤ ਹੀ ਇੱਕ ਹਿਸਾਬ ਨਾਲ ਕਹਿ ਲਓ ਕਰ ਰਹੇ ਨੇ ਮਾਤਾ ਗੁਜਰੀ ਜੀ ਕੋ। ਮਾਤਾ ਜੀ ਗੁਰੂ ਸਾਹਿਬ ਨੂੰ ਸਮਝਾਓ। ਉਹ ਤਾਂ ਹਰ ਵੇਲੇ ਜੰਗ ਦੀਆਂ ਗੱਲਾਂ ਕਰਦੇ। ਕਦੀ ਕਹਿੰਦੇ ਲਾਹੌਰ ਲੁੱਟ ਲਾਂਗੇ, ਕਦੀ ਕਹਿੰਦੇ ਤੁਰਕਾਂ ਨੂੰ ਮਾਰ ਦਾਂਗੇ, ਕਦੀ ਕਹਿੰਦੇ ਪਿਸ਼ੌਰ ਜਿੱਤ ਲਾਂਗੇ, ਕਦੀ ਕਹਿੰਦੇ ਮੁਲਤਾਨ ਨੂੰ ਜਿੱਤ ਲਵਾਂਗੇ। ਹੋਰ ਕਿੱਥੋਂ ਤੀਕਰ ਮਾਤਾ ਜੀ ਤੁਹਾਨੂੰ ਅਸੀਂ ਦੱਸੀਏ ਗੁਰੂ ਸਾਹਿਬ ਦੀਆਂ ਗੱਲਾਂ। ਇਹ ਤਿਆਗਕ ਬਸ ਨੇਤੀ ਕੋਈ ਨਵਾਂ ਹੀ ਬਚਨ ਮਹਾਰਾਜ ਕਰਦੇ ਹਨ। ਤੇ ਇਹੋ ਜੀਆਂ ਵੇਖੋ ਮਾਤਾ ਜੀ ਇਹ ਕੋਈ ਗੱਲਾਂ ਕਰਨ ਵਾਲੀਆਂ ਏ। ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦੇ ਵਿਰੁੱਧ ਉਹਨਾਂ ਨੂੰ ਮਾਰਨ ਦੀਆਂ ਗੱਲਾਂ ਕਰਨੀਆਂ, ਉਹਨਾਂ ਦਾ ਰਾਜ ਖੋਹਣ ਦੀਆਂ ਗੱਲਾਂ ਕਰਨੀਆਂ, ਇਹ ਕਿਤੇ ਚੰਗੀਆਂ ਹੁੰਦੀਆਂ। ਕਿਉਂਕਿ ਉਧਰ ਦਿੱਲੀ ਵਿੱਚ ਬੈਠਾ ਚੁਪਗੱਤੇ ਗੌਤ ਦਾ ਔਰੰਗਜ਼ੇਬ ਜਿਹੜਾ ਪਾਤਸ਼ਾਹ ਹੈ ਉਹ ਬੜਾ ਹੀ ਵੱਡਾ ਦਰੋਹੀ ਵਿਰੋਧੀ ਹੈ ਗੁਰੂ ਘਰ ਦਾ। ਤੇ ਜੇ ਮਾਤਾ ਜੀ ਕਿਤੇ ਇਹਨਾਂ ਦੀ ਗੱਲ ਉਹਨੂੰ ਸੁਣ ਜੇ ਕੋਈ ਜਾ ਕੇ ਦੱਸ ਦੇ ਵੀ ਗੁਰੂ ਗੋਬਿੰਦ ਸਿੰਘ ਜੀ ਤੇਰਾ ਰਾਜ ਨਾਸ਼ ਕਰਨ ਦੀਆਂ ਗੱਲਾਂ ਕਰਦੇ ਹਨ। ਮਾਤਾ ਜੀ ਉਹ ਤਾਂ ਪਹਿਲਾਂ ਵੇਖੋ ਵੱਡੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਿੰਨਾ ਵਿਗੜਿਆ ਰਿਹਾ। ਮਹਾਰਾਜ ਸਾਹਿਬ ਨੂੰ ਉਹਨੇ ਸ਼ਹੀਦ ਕੀਤਾ ਏ। ਉਹ ਸਾਰੀ ਦੁਨੀਆ ਦਾ ਪਾਤਸ਼ਾਹ ਏ, ਉਹਦਾ ਹੁਕਮ ਚੱਲਦਾ ਏ, ਉਹਦਾ ਸਿੱਕਾ ਚੱਲਦਾ ਏ। ਜੇ ਉਹਨੂੰ ਪਤਾ ਲੱਗ ਗਿਆ ਤੇ ਫਿਰ ਸਾਡੇ ਲਈ ਔਖਾ ਹੋਵੇਗਾ। ਤੇ ਇਧਰ ਮਾਤਾ ਜੀ ਇਹ ਜਿਹੜੇ ਪਹਾੜੀ ਹਨ ਇਹ ਵੀ ਬੜੇ ਵੱਡੇ ਦਰੋਹੀ ਨਿੰਦਕ ਨੇ ਗੁਰੂ ਘਰ ਦੇ। ਤੇ 22 ਧਾਰ ਦੇ ਰਾਜਿਆਂ ਦੇ ਵਿੱਚ ਵੀ ਬੜਾ ਬਲ ਹੈ, ਬੜੀਆਂ ਫੌਜਾਂ ਹਨ। ਦੱਸੋ ਫਿਰ ਮਾਤਾ ਜੀ ਤੁਹਾਡਾ ਗੁਰੂ ਗੋਬਿੰਦ ਸਿੰਘ ਜੀ ਦਾ ਵਸਣਾ ਕਿਸ ਥਾਂ ਹੋਊਗਾ? ਉਧਰ ਦਿੱਲੀ ਵਾਲਿਆਂ ਨਾਲ ਵਿਗਾੜੀ ਜਾਂਦੇ, ਇੱਧਰ ਪਹਾੜੀਆਂ ਨਾਲ ਵੀ ਵਿਗਾੜਦੇ ਆ। ਇਹ ਮਸੰਦ ਅਸਲ 'ਚ ਚਾਹੁੰਦੇ ਸੀ ਵੀ ਮਹਾਰਾਜ ਉਹਨਾਂ ਅੱਗੇ ਝੁਕ ਕੇ ਰਹਿਣ ਤੇ ਨਿਵ ਕੇ ਰਹਿਣ। ਕਿਉਂਕਿ ਜਿਨ੍ਹਾਂ ਨੂੰ ਖਾਣ ਪੀਣ ਦੀ ਸਾਧ ਸੰਗਤ ਆਦਤ ਪੈ ਜਾਏ ਨਾ, ਜਿਵੇਂ ਕਹਿ ਦਿੰਦੇ ਵੀ ਜਿਹਨੂੰ ਮੂੰਹ ਲਹੂ ਲੱਗਾ ਹੋਵੇ ਫਿਰ ਉਹ ਟਲਦਾ ਨਹੀਂ ਹੈ। ਇਹ ਵਿਹਲੀਆਂ ਖਾਣ ਗਿੱਜੇ ਸਨ ਮਸੰਦ। ਉਹ ਜ਼ਿਆਦਾਤਰ ਅੱਜ ਵੀ ਸਾਡੇ ਸਿੱਖਾਂ 'ਚ ਜਿਹੜੇ ਆਗੂ ਉਹ ਮਸੰਦਾਂ ਦੀ ਬਿਰਤੀ ਵਾਲੇ ਆ।
ਖਾਲਸੇ ਪੰਥ ਨੂੰ ਕਾਇਰ ਕਰਕੇ ਰੱਖਣਾ ਚਾਹੁੰਦੇ, ਸਰਕਾਰਾਂ ਦੇ ਅੱਗੇ ਅਧੀਨ ਕਰਕੇ ਰੱਖਣਾ ਚਾਹੁੰਦੇ ਆ। ਤੇ ਮਸੰਦ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੀ ਮਾਤਾ ਸ੍ਰੀ ਗੁਜਰੀ ਜੀ ਨੂੰ ਕਹਿੰਦੇ, ਮਾਤਾ ਜੀ ਦੱਸੋ, ਗੁਰੂ ਸਾਹਿਬ ਜੇ ਇਦਾਂ ਹੀ ਕਰਦੇ ਰਹੇ ਫਿਰ ਕਿੱਥੇ ਵਸੋਗੇ? ਤੁਹਾਨੂੰ ਤਾਂ ਕਦੇ ਰਹਿਣ ਨਹੀਂ ਦੇਣਾ ਕਿਸੇ ਨੇ। ਗੱਲ ਕੀ ਆ? ਮੁੱਕਦੀ ਗੱਲ ਇਹ ਹੈ ਵੀ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖ ਜੰਗ ਤੋਂ ਬਗੈਰ ਤਾਂ ਹੋਰ ਕੋਈ ਗੱਲ ਹੀ ਨਹੀਂ ਕਰਦੇ। ਜਦੋਂ ਗੱਲਾਂ ਕਰਦੇ ਆ ਮਾਰਨ ਮਰਨ ਦੀਆਂ ਹੀ ਕਰਦੇ ਹਨ। ਇਹ ਬਸ ਹਲੇ ਤੀਕਰ ਜਿਵੇਂ ਜੰਗ ਭਿਆਨਕ ਹੁੰਦਾ ਨਾ, ਜਿਵੇਂ ਜੰਗ ਦੇ ਵਿੱਚ ਹੱਥ ਲੱਗਦੇ ਆ, ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਜੰਗ ਵੇਖਿਆ ਨਹੀਂ ਹੈ, ਤਾਂ ਜੰਗ ਦੀਆਂ ਮਾਰ ਲਓ ਦੀਆਂ ਗੱਲਾਂ ਕਰਦੇ ਰਹਿੰਦੇ। ਜਿੱਦਣ ਜੰਗ ਵਿੱਚ ਦੋ ਹੱਥ ਹੋਏ ਫੇਰ ਪਤਾ ਲੱਗਣਾ ਵੀ ਕਿੱਡੀ ਔਖੀ ਹੁੰਦੀ ਹੈ ਜੰਗ। ਇੱਕ ਤਾਂ ਮਹਾਰਾਜ ਦੀ ਉਮਰ ਨਵੀਨ ਹੈ, ਜੇ ਜਵਾਨੀ ਚੜ੍ਹੀ ਹੈ, ਉਤੋਂ ਹੱਥ ਵਿੱਚ ਚੰਗੇ ਚੰਗੇ ਸ਼ਸਤਰ ਧਾਰੇ ਹਨ, ਇਸ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਹਾਂ ਤੇ ਫਿਰ ਵੇਖੋ ਮਾਤਾ ਜੀ ਗੁਰੂ ਸਾਹਿਬ ਜੀ ਕਹਿੰਦੇ ਵੀ ਸ਼ਿਕਾਰ ਖੇਡਦੇ ਨੇ, ਜੇ ਦੀਵਾਨ ਵਿੱਚ ਬੈਠਦੇ ਨੇ ਤਾਂ ਜੰਗ ਦੀਆਂ ਗੱਲਾਂ ਕਰਦੇ ਆ। ਜਿੱਦਣ ਦੀਵਾਨ ਵਿੱਚ ਨਹੀਂ ਆਉਂਦੇ ਉਦਣ ਘੋੜੇ 'ਤੇ ਚੜ੍ਹ ਕੇ ਤੇ ਸ਼ਿਕਾਰ ਖੇਡਣ ਜਾਂਦੇ ਨੇ, ਹੋਰ ਕੋਈ ਖਿਆਲ ਹੀ ਨਹੀਂ ਹੈ। ਬਸ ਸ਼ਸਤਰ ਚਲਾਉਣ ਦੀਆਂ ਗੱਲਾਂ ਜਾਂ ਸ਼ਸਤਰ ਚਲਾਉਣ ਦਾ ਅਭਿਆਸ ਇਹੀ ਕੁਝ ਕਰਦੇ ਹਨ। ਮਾਤਾ ਜੀ ਵੇਖੋ ਮਹਾਰਾਜ ਸਾਹਿਬ ਜੀ ਨੇ ਇਦਾਂ ਕੀਤਾ ਨਾ, ਭੀਮ ਚੰਦ ਕੀ ਚਮੂ ਬੜੇਰੀ। ਜਿਹੜਾ ਭੀਮ ਚੰਦ ਹੈ ਉਹਦੀ ਤਾਂ ਸਾਡੇ ਨਾਲੋਂ ਕਿਤੇ ਵੱਡੀ ਫੌਜ ਹੈ, ਬਹੁਤ ਗਿਣਤੀ ਵਿੱਚ ਹੈ। ਹੁਣ ਬਸ ਇਹ ਜਿਨ੍ਹਾਂ ਨੂੰ ਨਰਾਦਰ ਕਰਕੇ ਕੱਢਿਆ ਨਾ ਮਾਤਾ ਜੀ ਗੁਰੂ ਸਾਹਿਬ ਨੇ, ਜਦੋਂ ਇਹ ਪਹੁੰਚੇ, ਇਹਨਾਂ ਦੇ ਪਹੁੰਚਣ ਦੀ ਦੇਰ ਹੈ, ਉਹਦੀਆਂ ਭਾਰੀ ਫੌਜਾਂ ਚੜ੍ਹ ਕੇ ਆਨੰਦਪੁਰ ਸਾਹਿਬ ਆਈਆਂ ਹੀ ਜਾਣੋ। ਮਾਤਾ ਜੀ ਹਲੇ ਵੀ ਸਮਾਂ ਹੈਗਾ ਏ, ਛੇਤੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਸਮਝਾਓ, ਕੋਈ ਸਿੱਖਿਆ ਦੇਵੋ। ਹਾਲਾਂ ਵੀ ਕੋਈ ਮੁਖੀ ਬੰਦੇ ਜਿਹੜੇ ਆ ਨਾ, ਉਹਨਾਂ ਦੇ ਮਗਰ ਹੀ ਭੇਜ ਦਿਓ ਭੀਮ ਚੰਦ ਕੋਲ, ਨਾਲੇ ਉਹ ਵਸਤੂਆਂ ਲੈ ਜਾਣ, ਉੱਥੇ ਦੇ ਆਉਣ, ਪਿਆਓ ਵੀ ਲਓ, ਤੁਸੀਂ ਪ੍ਰਸਾਦੀ ਹਾਥੀ ਮੰਗਦੇ ਸੀ ਲਓ, ਅਸੀਂ ਆਪ ਹੀ ਦੇਣ ਆ ਗਏ। ਨਾਲੇ ਜਾ ਕੇ ਉਹਨਾਂ ਨੂੰ ਸਮਝਾ ਲੈਣ, ਜੋ ਵੀ ਕੋਈ ਗੱਲ ਵਿਗੜੀ ਆ ਮਾਫੀ ਮੰਗ ਲੈਣ ਕੋਈ ਸੂਰਮੇ ਜਾ ਕੇ। ਮਾਤਾ ਜੀ ਜਿਵੇਂ ਕਿਵੇਂ ਕਰਕੇ ਤੁਸੀਂ ਗੁਰਾਂ ਨੂੰ ਕਹਿ ਕੇ ਕੋਈ ਮੁਖੀ ਸਿੱਖ ਭੇਜੋ, ਜਿਹੜੀ ਸੰਧੀ ਹੈ ਮਿਲਾਪ ਦੀ ਗੱਲ ਨੂੰ ਸੁਧਾਰੋ, ਚੰਗੀ ਤਰ੍ਹਾਂ ਮਿਲਾਪ ਕਰੋ ਅਤੇ ਯੁੱਧ ਨਿਵਾਰੋ। ਜਿਹੜਾ ਹੁਣ ਇਹ ਜੰਗ ਦੇ ਬੱਦਲ ਆ ਗਏ ਨੇ ਨਾ, ਜੰਗ ਹੋਣ ਦੀ ਤਿਆਰੀ ਹੋਈ ਹੈ, ਜੰਗ ਦੀ ਗੱਲ ਨਿਵਰਤ ਕਰ ਦਿਓ, ਦੂਰ ਕਰ ਦਿਓ। ਤੁਸੀਂ ਆਪ ਵੀ ਮਾਤਾ ਜੀ ਵੇਖੋ ਵਿਚਾਰ ਕੇ, ਗੁਰੂ ਸਾਹਿਬ ਨੂੰ ਕਹੋ ਵੀ ਬੁੱਧ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖੋ ਵੀ ਜੰਗ ਦੇ ਵਿੱਚ ਸਾਨੂੰ ਫਾਇਦਾ ਕੋਈ ਨਹੀਂ ਹੋਣਾ। ਜਿਹੜੀ ਜੰਗ ਹੋਣ ਵਾਲੀ ਹੈ ਸਾਡੇ ਗਲ ਪੈਣ ਵਾਲੀ ਹੈ, ਜਿਵੇਂ ਕਿਵੇਂ ਜੰਗ ਹੁੰਦੀ ਨੂੰ ਰੋਕੋ ਮਾਤਾ ਜੀ। ਜਦੋਂ ਮਸੰਦਾਂ ਨੇ ਇਹ ਗੱਲਾਂ ਬਣਾ ਕੇ ਕਈਆਂ ਮਾਤਾ ਜੀ ਨੂੰ ਡਰਾਇਆ, ਤਾਂ ਮਾਤਾ ਜੀ ਤਾਂ ਸੁਣ ਕੇ ਉਸੇ ਵੇਲੇ ਧੀਰਜ ਹਾਰ ਗਏ। ਆ ਪੈਰ ਲੜਖੜਾਰੇ, ਬੜੀ ਕਾਹਲੀ ਨਾਲ ਉੱਥੇ ਗਈ ਮਾਤਾ ਗੁਜਰੀ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ। ਮਹਾਰਾਜ ਦੇ ਲਾਗੇ ਬਹਿ ਕੇ ਮਾਤਾ ਕਹਿਣ ਲੱਗੀ, ਹੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਮੈਂ ਮਾਂ ਦੀ ਗੱਲ ਸੁਣਨਾ ਕਰੋ। ਆ ਕਿਹੜੀ ਗੱਲੋਂ ਤੁਸੀਂ ਅਕਲੇ ਹੀ ਪੈਦਾ ਕਰਨੀ ਚਾਹੁੰਦੇ ਹੋ? ਜੰਗ ਕਿਉਂ ਤੁਸੀਂ ਕਰਨਾ ਚਾਹੁੰਦੇ ਹੋ ਵੀ ਜੰਗ ਹੋਵੇ? ਜਿਹੜੀ ਗੱਲ ਦੇ ਵਿੱਚ ਬਹੁਤ ਭਾਰੀ ਬਖਾਰ, ਝਗੜੇ, ਕਲੇਸ਼, ਬਿਪਤਾ ਜਿਹੜੀ ਉੱਠੇ। ਹਾਂ ਮਾਤਾ ਜੀ ਕਹਿੰਦੇ, ਜਿਸ ਮੈਂ ਮਹਿਦ ਬਖਾਦ ਉਠੇ ਤੇ ਸਗਰੋ ਜਗਤ ਛਤਰ ਬਣ ਜਾਏ, ਅਤੇ ਸਾਰਾ ਹੀ ਸੰਸਾਰ ਜਿਨ੍ਹਾਂ ਗੱਲਾਂ ਕਰਕੇ ਸਾਡਾ ਵੈਰੀ ਬਣ ਜੇ। ਜਿਹੜੀਆਂ ਤੁਸੀਂ ਗੱਲਾਂ ਕਰਦੇ, ਕਦੀ ਕਹਿੰਦੇ ਵੀ ਦਿੱਲੀ ਵਾਲਿਆਂ ਦਾ ਰਾਜ ਖਤਮ ਕਰ ਦਾਂਗੇ, ਕਦੀ ਪਹਾੜੀਆਂ ਦਾ ਤੁਸੀਂ ਮਾਰਾ ਬਕਾਰਾ ਕਰਦੇ, ਇਹੋ ਜਿਹੀਆਂ ਗੱਲਾਂ ਮਹਾਰਾਜ ਤੁਸੀਂ ਰੋਜ਼ ਕਿਉਂ ਕਰਦੇ ਹੋ, ਜਿਹਦੇ ਨਾਲ ਸਾਰਾ ਜਗਤ ਹੀ ਵਿਗੜ ਜਾਵੇ ਤੁਹਾਡੇ ਨਾਲ। ਵੇਖੋ ਚਾਰ ਸਫੇਰਿਓਂ ਜਿਹੜੇ ਸਿੱਖ ਆਉਂਦੇ ਨੇ, ਜੇ ਆਨੰਦਪੁਰ ਜੰਗ ਹੋਵੇਗੀ ਤਾਂ ਉਹ ਵੀ ਵਿਚਾਰੇ ਕਸ਼ਟ ਲੈਣਗੇ, ਦੁਖੀ ਹੋਣਗੇ। ਆਨੰਦਪੁਰ ਸਾਹਿਬ ਦੇ ਵਿੱਚ ਪਹਾੜੀ ਆਪਣਾ ਜ਼ੋਰ ਪਾਉਣਗੇ, ਪਹਾੜੀਆਂ ਦੀਆਂ ਫੌਜਾਂ ਇੱਥੇ ਕਹਿੰਦੇ ਵੀ ਤੁਰੀਆਂ ਫਿਰਨਗੀਆਂ, ਸਾਡਾ ਨੁਕਸਾਨ ਕਰਨਗੇ।
ਤੇ ਜੰਗ ਦੇ ਵਿੱਚ ਸਾਡੇ ਫਿਰ ਬਹੁਤ ਜ਼ਿਆਦੇ ਬੰਦੇ ਬਹੁਤ ਜ਼ਿਆਦੇ ਮਾਤਾ ਜੀ ਕਹਿੰਦੇ ਸੂਰਮੇ ਮਰਨਗੇ। ਦੱਸੋ ਮਹਾਰਾਜ, ਏਡੀ ਭਾਰੀ ਫੌਜ ਹੈ ਪਹਾੜੀਆਂ ਦੀ, ਕਿਹੜਾ ਤੁਹਾਡਾ ਸੂਰਮਾ ਨੂੰ ਰੋਕ ਕੇ ਰੱਖੇਗਾ? ਉਹ ਰੁਕਣੇ ਨਹੀਂ ਹਨ, ਕਿਸੇ ਦੇ ਕੋਲੋਂ ਵੀ ਨੁਕਸਾਨ ਕਰਨਗੇ ਆਪਣਾ। ਵੇਖੋ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਨਗਰ ਵਸਾਇਆ ਸੀ। ਤੇ ਜੇ ਇਹ ਨਗਰ ਹੀ ਸਾਨੂੰ ਤਿਆਗਣਾ ਪਿਆ, ਦੱਸੋ ਫੇਰ ਕਿੱਥੇ ਜਾ ਕੇ ਆਪਾਂ ਵਸਾਂਗੇ, ਕਿੱਥੇ ਰਹਾਂਗੇ? ਆ ਰਾਜਨ ਢਿੱਗ ਹੈ ਰਾਜ ਦੇਸ਼ ਕੋਏ, ਰਾਜੇ ਲੋਕਾਂ ਦੇ ਕੋਲ ਹੀ ਇਸ ਰਾਜ ਦਾ, ਇਸ ਦੇਸ਼ ਦਾ ਰਾਜ ਹੈ, ਕਿਉਂਕਿ ਰਾਜੇ ਲੋਕ ਇਹਨਾਂ ਧਰਤੀਆਂ ਦੇ, ਇਹਨਾਂ ਦੇਸ਼ਾਂ ਦੇ ਮਾਲਕ ਹਨ। ਆਏ ਜਿੰਨੀ ਵੀ ਚਾਹਣ ਆਪਣੀ ਫੌਜ ਵਧਾ ਸਕਦੇ, ਇਹਨਾਂ ਕੋਲ ਰਾਜ ਭਾਗ ਹੈ, ਇਹਨਾਂ ਕੋਲ ਮਾਮਲੇ ਟੈਕਸ ਆਉਂਦੇ ਨੇ, ਇਹ ਰਾਜੇ ਲੋਕ ਨੇ, ਜਿੰਨੀ ਮਰਜ਼ੀ ਆਪਣੀ ਫੌਜ ਵਧਾ ਲੈਣ, ਗਿਣਤੀ ਵਧਾ ਲੈਣ। ਸ੍ਰੀ ਮਾਤਾ ਗੁਜਰੀ ਜੀ ਕਹਿੰਦੇ ਇਸ ਕਰਕੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਆਪਣੀ ਇਹਨਾਂ ਨਾਲ ਜੰਗ ਨਹੀਂ ਨਿਭ ਹੋਣੀ, ਜੰਗ ਆਪਣੇ ਕੋ ਕਰ ਨਹੀਂ ਹੋਣੀ ਇਹਨਾਂ ਰਾਜਿਆਂ ਨਾਲ। ਹਾਲਾਂ ਵੀ ਸਮਾਂ ਹੈ। ਆ ਦੀਵਾਨ ਆਨੰਦ ਚੰਦ ਤੇ ਇਹਦੇ ਨਾਲ ਕੁਝ ਹੋਰ ਸਿਆਣੇ ਜਿਹੜੇ ਮਸੰਦ ਹਨ, ਉਹਨਾਂ ਨੂੰ ਇਕੱਠਿਆਂ ਕਰਕੇ ਆ ਕਹਿੰਦੇ ਛੇਤੀ ਇਹਨਾਂ ਨੂੰ ਭੀਮ ਚੰਦ ਰਾਜੇ ਦੇ ਪਾਸ ਭੇਜਣਾ ਕਰੋ, ਮੇਲ ਮਿਲਾਪ ਕਰਨ ਦੇ ਲਈ। ਜੇ ਹੁਣ ਤੁਸੀਂ ਇਹਨੂੰ ਭੇਜੋਗੇ ਦੀਵਾਨ ਆਨੰਦ ਚੰਦ ਨੂੰ, ਜਾਂ ਸਿਆਣੇ ਮਸਾਂਦੇ ਜਾਣਗੇ, ਭੀਮ ਚੰਦ ਨੂੰ ਸਮਝਾਉਣਗੇ, ਕੋਈ ਮਾਫੀ ਮੰਗ ਲੈਣਗੇ, ਕਲੇ ਨੂੰ ਸ਼ਾਂਤ ਕਰ ਦੇਣਗੇ ਜਿਹੜੀ ਜੰਗ ਹੋਣ ਵਾਲੀ ਹੈ। ਤੇ ਜੇ ਪੁੱਤਰ ਜੀ ਤੁਸੀਂ ਏਦਾਂ ਨਾ ਮੈਂ ਮਾਂ ਦਾ ਕਿਹਾ ਮੰਨਿਆ, ਤਾਂ ਬਹੁਤ ਭਾਰੀ ਸੂਰਮੇ ਭੀਮ ਚੰਦ ਦੇ ਚੜ੍ਹ ਕੇ ਆਨੰਦਪੁਰ ਸਾਹਿਬ ਆ ਜਾਣਗੇ। ਸਗਲ ਜਗਤ ਜੁਦ ਨਿਭ ਤੁਮ ਪੂਜੈ। ਵੇਖੋ ਪੁੱਤਰ ਜੀ, ਇਹ ਸਾਰੇ ਜਗਤ ਦੇ ਸਮੇਤ ਰਾਜੇ ਲੋਕ ਵੀ ਤੁਹਾਨੂੰ ਪੂਜਦੇ ਮੰਨਦੇ ਹਨ, ਅਤੇ ਜੋ ਵੀ ਕਾਮਨਾ ਹੁੰਦੀ ਉਹ ਪੂਰੀ ਕਰਨ ਦੇ ਲਈ ਤੁਹਾਡੇ ਪਾਸ ਆਉਂਦੇ ਹਨ। ਇਸ ਕਰਕੇ ਤੁਸੀਂ ਸਾਰਿਆਂ ਲਈ ਸੁਖਦਾਈ ਬਣੋ। ਜੇ ਵੀ ਕੁਝ ਮੰਗਦੇ ਆ, ਕਿੱਡੀ ਕੁ ਗੱਲ ਹੈ, ਹਾਥੀ ਦੇਣ ਆਇਆ ਦੇ ਦਿਓ, ਇਹਨਾਂ ਦੀ ਵੀ ਇੱਛਾ ਪੂਰੀ ਕਰ ਦਿਓ। ਤੇ ਗੁਰਤਾ ਗੱਦੀ ਦੇ ਧੀਰਜ ਦੇ ਨਾਲ ਸ਼ਾਂਤ ਰੂਪ ਵਿੱਚ ਤੁਸੀਂ ਬੈਠਣਾ ਕਰੋ। ਜਦੋਂ ਆਪਣੀ ਮਾਤਾ ਦੇ ਕੋਲੋਂ ਗੁਰੂ ਕਲਗੀਧਰ ਮਹਾਰਾਜ ਨੇ ਇਦਾਂ ਦੇ ਬਚਨ ਸੁਣੇ ਵੀ ਆਪਾਂ ਲੜ ਨਹੀਂ ਸਕਦੇ ਪਹਾੜੀਆਂ ਨਾਲ, ਤੇ ਬੰਦੇ ਭੇਜੋ ਹੁਣੇ ਸੁਲ੍ਹਾ ਕਰਨ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮਾਤਾ ਜੀ ਜਿਹੜਾ ਤੁਸੀਂ ਕਹਿੰਦੇ ਵੀ ਉਤਪਾਤ ਕਾਹਤੋਂ ਤੁਸੀਂ ਪੁੱਤਰ ਜੀ ਮਚਾਉਂਦੇ ਹੋ, ਅਸੀਂ ਕੋਈ ਉਤਪਾਤ, ਅਸੀਂ ਕੋਈ ਆਪਣੇ ਵੱਲੋਂ ਝਗੜਾ ਨਹੀਂ ਪੈਦਾ ਕਰਦੇ ਮਚਾਉਂਦੇ। ਉਹੀ ਮਾਤਾ ਜੀ ਹੰਕਾਰ ਕਰ ਕਰਕੇ ਜਿਹੜਾ ਪਹਾੜੀ ਆ ਨਾ ਮੂਰਖ, ਆਪਣੇ ਬੰਦੇ ਜਿਹੜੇ ਮੂਰਖ ਜਿਹੇ ਅੱਗੇ ਭੇਜਦਾ, ਆਪ ਵੀ ਹੰਕਾਰੀ ਜਿਹਾ ਇਹਦੇ ਅੱਗੇ ਮੂਰਖ ਜਿਹਾਂ ਨੂੰ ਵਾਰ-ਵਾਰ ਸਾਡੇ ਕੋਲ ਭੇਜਦਾ ਹੈ। ਤੇ ਇੱਥੇ ਆ ਕੇ ਕਈ ਤਰ੍ਹਾਂ ਦੀਆਂ ਕਪਟ ਦੀਆਂ ਗੱਲਾਂ ਬਣਾ ਕਹਿੰਦੇ ਹਨ। ਉੱਥੇ ਕੁਝ ਵਿਚਾਰ ਕੇ ਆਉਂਦੇ ਨੇ ਵੀ ਗੁਰੂ ਨੂੰ ਕਹਿੰਦੇ ਵਲ ਛਲ ਕਰਕੇ ਲੁੱਟ ਲਿਆਓ, ਇੱਥੇ ਆ ਕੇ ਝੂਠੀ ਜੀ ਸਾਡੀ ਤਾਰੀਫ ਕਰਦੇ ਹਨ। ਮਾਤਾ ਜੀ ਤੁਹਾਨੂੰ ਇਹਨਾਂ ਪਹਾੜੀਆਂ ਦਾ ਪਤਾ ਨਹੀਂ ਹੈ। ਬੱਕਰੀ ਮੁਖਾ ਹੋ ਕੇ, ਬੱਕਰੀ ਵਾਂਗੂ ਕਹਿੰਦੇ ਜਿਵੇਂ ਬੱਕਰੀ ਦਾ ਮੂੰਹ ਹੁੰਦਾ ਨਾ ਬੜਾ ਵਿਚਾਰਗੀ ਜੀ ਵਾਲਾ, ਬੜਾ ਅਧੀਨਗੀ ਜੀ ਵਾਲਾ, ਐਵੇਂ ਬੱਕਰੀ ਵਰਗਾ ਮੂੰਹ ਕਰਕੇ ਸਾਡੇ ਕੋਲੋਂ ਵਸਤੂਆਂ ਮੰਗਦੇ ਹਨ। ਤੇ ਜਦੋਂ ਇਹ ਲੈ ਕੇ ਚਲੇ ਗਏ ਨਾ, ਫਿਰ ਸਿੰਘ ਵਰਗੇ ਮੁਖ ਵਰਗੇ ਹੋ ਜਾਣਗੇ, ਫਿਰ ਸ਼ੇਰ ਵਾਂਗੂ ਅੱਗੋਂ ਖਾਣ ਨੂੰ ਪੈਣਗੇ। ਹੁਣ ਤਾਂ ਜਿਵੇਂ ਬੱਕਰੀ ਹੁੰਦੀ ਨਾ ਵਿਚਾਰੀ ਅਧੀਨ ਜੀ, ਉਹਦੇ ਮੂੰਹ ਤੇ ਮਾਸੂਮੀਅਤ ਜੀ ਹੁੰਦੀ, ਕਹਿੰਦੇ ਹੁਣ ਤਾਂ ਬੱਕਰੀ ਜੀ ਬਣ ਕੇ ਮਾਸੂਮ ਜਿਹਾ ਬਣ ਕੇ ਮੰਗਦੇ ਐ, ਦੇ ਦਿਓ ਜੀ ਆਹ ਹਾਥੀ ਦੇ ਦਿਓ, ਆ ਚੰਦਨ ਦੀ ਚੌਂਕੀ ਦੇ ਦਿਓ, 5 ਕਲਾ ਸ਼ਸਤਰ, ਪਸ਼ਮੀਨੇ ਦੀ ਚਾਨਣੀ। ਪਰ ਜਿੱਦਣ ਮਾਤਾ ਜੀ ਇਹ ਲੈ ਗਏ ਨਾ ਪਹਾੜੀ ਵਸਤੂਆਂ, ਉਦਣ ਅੱਗੋਂ ਸ਼ੇਰ ਵਰਗਾ ਮੂੰਹ ਵਿਖਾਉਣਗੇ, ਭਾਵ ਸਾਨੂੰ ਖਾਣ ਪੈਣਗੇ, ਅੱਗੋਂ ਵਿਰੋਧ ਕਰਨਗੇ ਸਾਡਾ। ਤੇ ਦੱਸੋ ਫਿਰ ਮਾਤਾ ਜੀ ਅਸੀਂ ਉਹਨਾਂ ਦੇ ਛਲ ਫਰੇਬ ਵਿੱਚ ਕਿਉਂ ਆਉਣਾ ਕਰੀਏ, ਉਹਨਾਂ ਦੀਆਂ ਝੂਠੀਆਂ ਗੱਲਾਂ ਦੇ ਵਿੱਚ ਧੋਖਾ ਕਿਉਂ ਖਾਈਏ?
ਇਹਨਾਂ ਨੂੰ ਪਹਿਲਾਂ ਵੀ ਇਹ ਕਈ ਵਾਰ ਆਏ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪ ਵੀ ਅਸੀਂ ਸਮਝ ਗਏ ਆ ਤੇ ਇਹਨਾਂ ਨੂੰ ਵੀ ਸਮਝਾ ਦਿੱਤਾ ਵੀ ਤੁਹਾਨੂੰ ਵਸਤੂਆਂ ਦੇ ਨਹੀਂ ਸਕਦੇ। ਤੇ ਬਾਕੀ ਦੂਜੀ ਗੱਲ ਇਹ ਹੈ ਵੀ ਅਸੀਂ ਉਹਨਾਂ ਦੀ ਕੋਈ ਰਈਅਤ ਥੋੜਾ, ਉਹਨਾਂ ਦੀ ਪਰਜਾ ਥੋੜਾ ਹੈ ਵੀ ਜਿਵੇਂ ਉਹ ਹੁਕਮ ਕਰ ਦੇਣ ਤੇ ਅਸੀਂ ਹੱਥ ਜੋੜ ਕੇ ਮੰਨੀਏ। ਕਿਉਂਕਿ ਰਾਜਾ ਜਿਵੇਂ ਕਹਿ ਦੇਵੇ ਪ੍ਰਜਾ ਨੂੰ ਤਾਂ ਮੰਨਣਾ ਪੈਂਦਾ। ਕਹਿੰਦੇ ਵੀ ਸਰਕਾਰੀ ਹੁਕਮ ਹੋ ਗਿਆ, ਜੋ ਕਹਿ ਦੇਵੇ ਮਹਾਰਾਜ ਕਹਿੰਦੇ ਅਸੀਂ ਕਿਸੇ ਦੀ ਰਈਅਤ ਥੋੜਾ ਆ ਵੀ ਰਾਜੇ ਦਾ ਹੁਕਮ ਮੰਨੀਏ। ਹਾਂਜੀ, ਉਹ ਸਾਡੇ ਨਾਲ ਫਰੇਬ ਕਰਕੇ ਵਸਤੂਆਂ ਮੰਗਾ ਰਿਹਾ ਹੈ, ਅਸੀਂ ਕਿਸੇ ਦੇ ਫਰੇਬ ਵਿੱਚ ਨਹੀਂ ਆਉਂਦੇ। ਕਿਉਂਕਿ ਜਦੋਂ ਵਸਤੂਆਂ ਦਵਾਂਗੇ ਉਸ ਤੋਂ ਬਾਅਦ ਸਾਡੇ ਨਾਲ ਇਹਨਾਂ ਨੇ ਵਿਗੜਨਾ ਹੀ ਹੈ, ਪਿੱਛੋਂ ਵਿਗਾੜ ਹੀ ਹੁੰਦਾ ਹੈ। ਪਹਾੜੀਆਂ ਨੂੰ ਜਦੋਂ ਵਸਤੂਆਂ ਦਵਾਂਗੇ, ਇਸ ਕਰਕੇ ਮਾਤਾ ਜੀ ਤੁਸੀਂ ਦੱਸੋ ਵੀ ਬਾਅਦ 'ਚ ਵੀ ਵਿਗੜਨਾ ਹੈ, ਉਹ ਵਿਗਾੜ ਪੈਣ ਤੋਂ ਪਹਿਲਾਂ ਹੀ ਨਕਾਰ ਹੀ ਕਰ ਦਿਓ ਵੀ ਫੇਰ ਕਾਹਦੇ ਵਾਸਤੇ ਲੜਦੇ ਰਹਿਣਾ ਵੀ ਸਾਡੀਆਂ ਵਸਤੂਆਂ ਵਾਪਸ ਕਰੋ। ਇਹਦੇ ਨਾਲੋਂ ਚੰਗਾ ਹੈ ਵੀ ਪਹਿਲਾਂ ਹੀ ਵਾਪਸ ਮੋੜ ਦਿਓ ਵੀ ਅਸੀਂ ਕੁਝ ਨਹੀਂ ਦੇ ਸਕਦੇ। ਰਹਿ ਰਹਿ ਤੇ ਵਿਸ਼ਰਾਮ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਜੀ ਤੁਸੀਂ ਆਪ ਹੀ ਦੱਸੋ ਵੀ ਆ ਜਿਹੜਾ ਤੁਸੀਂ ਵਾਰ-ਵਾਰ ਕਹਿੰਦੇ ਵੀ ਉਹਨਾਂ ਦੀ ਫੌਜ ਬੜੀ ਹੈ, ਅਸੀਂ ਜੰਗ ਤੋਂ ਡਰ ਡਰ ਕੇ ਕਿੰਨਾ ਕੁ ਚਿਰ ਰਹਾਂਗੇ ਇਹਨਾਂ ਲੋਕਾਂ ਅੱਗੇ। ਅਸੀਂ ਤਾਂ ਉਹ ਜੰਗ ਜ਼ਰੂਰ ਕਰਾਂਗੇ ਜਿਸ ਜੰਗ ਵਾਸਤੇ ਸਾਨੂੰ ਸ੍ਰੀ ਅਸਕੇਤ ਨੇ, ਭਾਵ ਕਿ ਜਿਸ ਪਰਮੇਸ਼ਰ ਦਾ ਧੁਜਾ ਝੰਡਾ ਹੀ ਸ੍ਰੀ ਸਾਹਿਬ ਹੈ, ਜਿਸ ਵਾਹਿਗੁਰੂ ਦਾ ਝੰਡਾ ਹੀ ਕਿਰਪਾਨ ਹੈ, ਉਸ ਅਕਾਲ ਪੁਰਖ ਨੇ ਜਿਸ ਕੰਮ ਵਾਸਤੇ ਸਾਨੂੰ ਭੇਜਿਆ, ਉਹ ਜੰਗ ਯੁੱਧ ਤੋਂ ਅਸੀਂ ਧਰਮ ਯੁੱਧ ਤੋਂ ਕਿਵੇਂ ਡਰ ਡਰ ਕੇ ਰਹੀਏ। ਅਸੀਂ ਤਾਂ ਮਹਾਰਾਜ ਕਹਿੰਦੇ ਕਰਨੇ ਹੈ ਕਮਸਾਨ ਕਨੇਰੇ, ਅਸੀਂ ਤਾਂ ਬੜੇ ਕਮਸਾਨ ਦੇ ਯੁੱਧ ਕਰਨੇ ਹਨ, ਹਾਲਾਂ ਦਾ ਕੰਮ ਸ਼ੁਰੂ ਵੀ ਨਹੀਂ ਹੋਇਆ ਤੇ ਤੁਸੀਂ ਪਹਿਲਾਂ ਡਰੀ ਜਾਂਦੇ ਹੋ। ਜਗਤ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮਾਤਾ ਜੀ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਨਾਲ ਦੁਸ਼ਟ ਸੋਧਣੇ ਨੇ, ਮਾਰਖ ਪਾਉਣੇ ਹਨ। ਉਹ ਲੋਕ ਸਾਰੇ ਜਿਹੜੇ ਪ੍ਰਜਾ ਨੂੰ ਤੰਗ ਕਰਦੇ, ਜਿਹੜੇ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਹਨ। ਰਚੇ ਅਨੀਤ ਮਹੀਪਤ ਜੇਤਕ, ਜਿੰਨੇ ਵੀ ਇਹ ਰਾਜੇ ਲੋਕ ਅਨੀਤ ਗੱਲ, ਰਾਜੇ ਦਾ ਧਰਮ ਹੁੰਦਾ ਹੈ ਪ੍ਰਜਾ ਦੀ ਰਾਖੀ ਕਰਨੀ, ਇਹ ਪ੍ਰਜਾ ਦਾ ਲਹੂ ਪੀਂਦੇ ਨੇ। ਜਿੰਨੇ ਲੋਕ ਇਹ ਅਨੀਤੀਆਂ ਕਰਦੇ ਹਨ ਇਹਨਾਂ ਸਾਰਿਆਂ ਦੀਆਂ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਅਸੀਂ ਜੜ੍ਹਾਂ ਪੱਟ ਦਿਆਂਗੇ, ਕਿਸੇ ਵੀ ਰਾਜੇ ਦੀ ਜੜ ਨਹੀਂ ਰਹਿਣ ਦਿਆਂਗੇ ਜਿਹੜੇ ਲੋਕਾਂ ਨਾਲ ਧੱਕਾ ਕਰਦੇ ਹਨ। ਆਪਣੇ ਸਿੱਖਾਂ ਨੂੰ ਧਰਤੀ ਬਖਸ਼ ਦਾਂਗੇ ਸਾਰੀ। ਤੇ ਫੇਰ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਤਾਪ ਸਾਰੇ ਜਗਤ ਵਿੱਚ ਫੈਲੇਗਾ। ਬਾਕੀ ਤੁਸੀਂ ਚਿੰਤਾ ਨਾ ਕਰੋ, ਜਿੰਨੀ ਵੱਡੀ ਮਹਾਨ ਤੋਂ ਮਹਾਨ ਫੌਜ ਆ ਕੇ ਸਾਡੇ ਨਾਲ ਜੰਗ ਕਰੇਗੀ, ਇਹੋ ਜਿਹਾ ਗੁਰੂ ਨਾਨਕ ਸਾਹਿਬ ਦਾ ਓਟ ਆਸਰਾ ਲੈ ਕੇ ਯੁੱਧ ਕਰਾਂਗੇ ਵੀ ਲੜ ਕੇ ਸਭ ਨੂੰ ਲਥੇਰ ਪਥੇਰ ਕਰ ਦਿਆਂਗੇ, ਭਾਵ ਕਿ ਇੱਕ ਦੂਜੇ ਦੇ ਉੱਤੇ ਸੁੱਟ ਕੇ ਢੇਰ ਲਾ ਦਿਆਂਗੇ ਲੋਥਾਂ ਦੇ। ਮਾਤਾ ਜੀ ਜਾਂ ਸਾਨੂੰ ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਨਾ, ਜਿਵੇਂ ਪਰਮੇਸ਼ਰ ਦਾ ਹੁਕਮ ਹੈ, ਉਸੇ ਤਰ੍ਹਾਂ ਅਸੀਂ ਵਰਤਾਂਗੇ। ਇਹਦੇ ਵਿੱਚ ਬਿਨਾਂ ਦੇਰੀ ਤੋਂ ਦੇਰ ਨਹੀਂ ਲਾਵਾਂਗੇ। ਵਾਹਿਗੁਰੂ ਵੱਲੋਂ ਹੁਕਮ ਹੀ ਸਾਨੂੰ ਇਹ ਹੈ ਵੀ ਜਿਹੜੇ ਮੂਰਖ ਇਹ ਲੋਕ ਹਨ ਇਹਨਾਂ ਦੁਸ਼ਟਾਂ ਨੂੰ ਸੋਧ ਦਿਓ ਤੇ ਧਰਮੀਆਂ ਨੂੰ ਬਚਾਉਣਾ ਕਰੋ। ਤੇ ਬਾਕੀ ਰਹੀ ਜਿਹੜੀ ਗੱਲ ਆ ਮਸੰਦਾਂ ਦੇ ਪਿੱਛੇ ਲੱਗ ਕੇ ਤੁਸੀਂ ਆ ਜਾਂਦੇ ਹੋ ਨਾ ਸਾਨੂੰ ਸਮਝਾਉਣਾ, ਇਹ ਜਿਹੜੇ ਮਸੰਦ ਲੋਕ ਨੇ ਨਾ ਮਾਤਾ ਜੀ ਡਰਤ ਬੁਲੰਦ, ਇਹ ਤਾਂ ਬਹੁਤੇ ਡਰਪੋਕ ਨੇ। ਕਿਉਂਕਿ ਮਸੰਦ ਭੀਰ ਵੱਡ, ਇਹ ਬੜੇ ਵੱਡੇ ਕਾਇਰ ਨੇ, ਇਹਨਾਂ ਖਾ ਖਾ ਕੇ ਗੁੱਗੜਾਂ ਵਧਾਈਆਂ ਨੇ, ਗੁਰੂ ਘਰੋਂ ਰਾਸ਼ਨ ਖਾਂਦੇ ਨੇ ਖੁੱਲ੍ਹਾ, ਤੇ ਇਹ ਤਾਂ ਡਰਦੇ ਨੇ, ਕਾਇਰ ਡਰਪੋਕ ਵਿਹਲੀਆਂ ਖਾਣ ਕਰਕੇ ਇਹਨਾਂ ਨੂੰ ਪਰਮੇਸ਼ਰ ਅਕਾਲ ਪੁਰਖ ਦਾ ਭਰੋਸਾ ਜਿਹੜਾ ਆਸਰਾ ਭੁੱਲਿਆ ਫਿਰਦਾ ਏ। ਇਹਨਾਂ ਦੀ ਕੋਈ ਵੀ ਅਸੀਂ ਮਹਾਰਾਜ ਕਹਿੰਦੇ ਸਲਾਹ ਨਹੀਂ ਮੰਨਾਂਗੇ। ਡਰਪੋਕਾਂ ਦੇ ਪਿੱਛੇ ਥੋੜ੍ਹਾ ਲੱਗਣਾ, ਜਿਹੜੇ ਕਾਇਰਤਾ ਦੀਆਂ ਗੱਲਾਂ ਕਰਦੇ ਇਹਨਾਂ ਦੀਆਂ ਗੱਲਾਂ ਨਹੀਂ ਅਸੀਂ ਮੰਨਾਂਗੇ।
ਪ੍ਰਥਮ ਨਾ ਸ਼ੇਰੇ, ਪਹਿਲਾਂ ਜੰਗ ਅਸੀਂ ਛੇੜਾਂਗੇ ਨਹੀਂ, ਲੜਾਈ ਕਰਾਂਗੇ ਨਹੀਂ, ਚਹਿਤ ਨਾ ਫੇਰੇ। ਤੇ ਜਿਹੜਾ ਕੋਈ ਚਾਹ ਕੇ ਜੰਗ ਕਰਨ ਆਵੇਗਾ ਫੇਰ ਮਹਾਰਾਜ ਸਾਹਿਬ ਕਹਿੰਦੇ ਅਸੀਂ ਵੀ ਮੂੰਹ ਨਹੀਂ ਮੋੜਾਂਗੇ, ਪਹਿਲ ਕਰਾਂਗੇ ਨਹੀਂ, ਆਏ ਨੂੰ ਬਖਸ਼ਾਂਗੇ ਨਹੀਂ। ਪ੍ਰੇਰੈ ਸੁਬੜ ਜੰਗ ਮੈਂ ਜੋਏ, ਜਿਹੜਾ ਵੀ ਕਹਿੰਦੇ ਵੀ ਆਪਣੇ ਸੂਰਮਿਆਂ ਨੂੰ ਪ੍ਰੇਰ ਕੇ ਭਾਵ ਜੰਗ ਦੇ ਵਿੱਚ ਫੌਜਾਂ ਚਾੜ ਕੇ ਆਵੇਗਾ, ਕਹਿੰਦੇ ਵੀ ਫਿਰ ਵੇਖ ਲਵੇਗਾ ਉਹਨੂੰ ਮੋੜ ਕੇ ਮੂੰਹ ਉਹਦਾ ਇੱਥੋਂ ਭੇਜਾਂਗੇ। ਇਸ ਕਰਕੇ ਮਾਤਾ ਜੀ ਤੁਸੀਂ ਕਾਹਦੇ ਲਈ ਇਹਨਾਂ ਮਸੰਦਾਂ ਦੀਆਂ ਗੱਲਾਂ 'ਚ ਆ ਕੇ ਡਰਦੇ ਹੋ ਤੇ ਅੰਦਰੋਂ ਹੌਸਲਾ ਛੱਡਦੇ ਹੋ? ਆ ਜੋ ਹੁੰਦੀ ਹੈ ਕਰਾਂ ਵੇਖੋ ਤਾਂ ਸਹੀ, ਹਰ ਵੇਲੇ ਡਰਦੇ ਆ, ਇਹ ਕਰਾਂ ਜੰਗ ਕਰਦੇ ਆ ਸਾਨੂੰ ਵੇਖੋ ਤੇ ਸਹੀ, ਫੇਰ ਵੇਖਿਓ ਵੀ ਕਿਵੇਂ ਤੁਹਾਨੂੰ ਹੌਸਲਾ ਮਿਲਦਾ। ਆ ਜੋ ਖੜਗ ਕੇਤ ਹੈ, ਜੋ ਅਕਾਲ ਪੁਰਖ ਜਿਹਦਾ ਝੰਡਾ ਹੀ ਸ੍ਰੀ ਸਾਹਿਬ ਹੈ, ਉਹ ਕਹਿੰਦੇ ਵੀ ਚੰਗੀ ਹੀ ਕਰੇਗਾ, ਵਾਹਿਗੁਰੂ ਭਲੀ ਹੀ ਕਰੇਗਾ, ਉਹ ਤੇ ਭਰੋਸਾ ਰੱਖੋ। ਮਾਤਾ ਜੀ ਆਪਣੇ ਦਿਲ ਵਿੱਚੋਂ ਸਭ ਚਿੰਤਾ ਫਿਕਰ ਦੂਰ ਕਰ ਦਿਓ। ਜਦੋਂ ਮਹਾਰਾਜ ਸਾਹਿਬ ਜੀ ਨੇ ਇਦਾਂ ਕਿਹਾ ਨਾ ਵੀ ਮਾਤਾ ਜੀ ਇਹਨਾਂ ਕਾਇਰ ਮਸੰਦਾਂ ਦੇ ਕਹੇ ਥੋੜਾ ਸੀ ਲੱਗਣਾ ਸੀ ਤਾਂ ਰੱਬ ਦਾ ਹੁਕਮ ਮੰਨਣਾ, ਤਾਂ ਮਾਤਾ ਚੁੱਪ ਹੋ ਕੇ ਉੱਥੋਂ ਉੱਠ ਕੇ ਤੁਰ ਪਏ। ਆ ਮਾਤਾ ਜੀ ਦੇ ਜਾਣ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਸ਼ਸਤਰ ਮੰਗਾਏ, ਕਹਿੰਦੇ ਲਿਆਓ ਪਈਆ ਪਲੰਗੇ ਦੇ ਚੰਗੇ ਚੰਗੇ ਸ਼ਸਤਰ ਸਜਾਵੋ। ਆ ਸੋਹਣੇ ਵਧੀਆ ਉੱਚੇ ਥਾਂ ਦੇ ਉੱਤੇ ਸ਼ਸਤਰਾਂ ਨੂੰ ਅਦਬ ਸਤਿਕਾਰ ਨਾਲ, ਜਿੰਨੇ ਕੁ ਉੱਚੇ ਆਸਣ ਤੇ ਮਹਾਰਾਜ ਆਪ ਬੈਠਦੇ ਨੇ ਸ਼ਸਤਰ ਰੱਖਣ ਵਾਸਤੇ ਉਹ ਤੋਂ ਉੱਚਾ ਆਸਣ ਲਾਉਂਦੇ ਨੇ। ਸ਼ਸਤਰਾਂ ਨੂੰ ਮਹਾਰਾਜ ਆਪਣੇ ਨਾਲੋਂ ਉਚਾਈ ਦਿੰਦੇ ਨੇ। ਇਹੀ ਕਾਰਨ ਹੈ ਸਾਧ ਸੰਗਤ ਜਿਨ੍ਹਾਂ ਸਿੱਖਾਂ ਤਖਤਾਂ ਦੇ ਦਰਸ਼ਨ ਕੀਤੇ ਹੋਣ ਤੇ ਉਹਨਾਂ ਤਖਤਾਂ ਦੇ ਸ਼ਸਤਰ ਉੱਚੇ ਅੱਜ ਵੀ ਸਜਦੇ ਨੇ। ਅਕਾਲ ਤਖਤ ਸਾਹਿਬ ਜਾਓ ਸ਼ਸਤਰ ਉੱਚੇ ਥਾਂ ਤੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੇਠਾਂ ਹੈ। ਕੇਸਗੜ੍ਹ ਸਾਹਿਬ ਜਾਓ ਅੰਦਰ ਸ਼ਸਤਰਾਂ ਨੂੰ ਉੱਚੇ ਥਾਂ ਤੇ ਸਜਾਇਆ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਵੀ ਹੇਠਾਂ ਹੈ। ਤੇ ਇਸੇ ਤਰ੍ਹਾਂ ਤਖਤ ਪਟਨਾ ਸਾਹਿਬ, ਤਖਤ ਹਰਿਮੰਦਰ ਜੀ ਜਾਓ ਪਟਨਾ ਸਾਹਿਬ, ਉੱਥੇ ਵੀ ਸ਼ਸਤਰ ਉੱਚੇ ਸਜ ਰਹੇ ਨੇ, ਮਹਾਰਾਜ ਦਾ ਪ੍ਰਕਾਸ਼ ਹੇਠਾਂ ਹੈ। ਹਜੂਰ ਸਾਹਿਬ ਦਰਸ਼ਨ ਕਰੋ, ਸ਼ਸਤਰ ਤਖਤ ਦੇ ਉੱਚੇ ਥਾਂ ਤੇ ਰੱਖੇ ਜਾਂਦੇ ਨੇ, ਮਹਾਰਾਜ ਦਾ ਪ੍ਰਕਾਸ਼ ਵੀ ਹੇਠਾਂ ਹੈ। ਇਸ ਤਰ੍ਹਾਂ ਸ਼ਸਤਰਾਂ ਨੂੰ ਮਹਾਰਾਜ ਦੇ ਘਰ ਵਿੱਚ ਬੜਾ ਮਾਨ ਸਨਮਾਨ ਹੈ। ਇਹ ਤਾਂ ਸ਼ਸਤਰਾਂ ਦੀ ਕੋਈ ਹੁਣ ਗੱਲ ਨਹੀਂ ਕਰਦਾ, ਅਸੀਂ ਭੇਡਾਂ ਬੱਕਰੀਆਂ ਵਰਗਾ ਜੀਵਨ ਜਿਉਂਦੇ ਹੈ, ਕਿਉਂਕਿ ਸ਼ਸਤਰਾਂ ਤੋਂ ਬਗੈਰ ਭੇਡਾਂ ਬੱਕਰੀਆਂ ਵਾਲਾ ਜੀਵਨ ਹੀ ਹੈ। ਸਾਡੇ ਆਗੂ ਵੀ ਭੇਡਾਂ ਬੱਕਰੀਆਂ ਹੀ ਬਣਾ ਕੇ ਸਿੱਖਾਂ ਨੂੰ ਰੱਖਣਾ ਚਾਹੁੰਦੇ ਹੈ, ਕਿਉਂਕਿ ਉਹਨਾਂ ਆਪਣੀ ਰਾਜਨੀਤੀ ਕਰਨੀ ਹੈ, ਖਾਲਸੇ ਰਾਜ ਦੀ ਗੱਲ ਨਹੀਂ ਕਰਨੀ, ਨਿੱਜ ਪਰਿਵਾਰ ਦੇ ਰਾਜ ਦੀ ਗੱਲ ਕਰਦੇ ਨੇ। ਸੋ ਇਸ ਕਰਕੇ ਸ਼ਸਤਰਾਂ ਦਾ ਮਾਣ ਸਨਮਾਨ ਗੁਰੂ ਸਾਹਿਬ ਖੁਦ ਕਰਦੇ ਰਹੇ। ਮਹਾਰਾਜ ਤਾਂ ਇਹ ਵੀ ਕਹਿੰਦੇ ਯਹ ਹਮਾਰੇ ਪੀਰ, ਕਹਿੰਦੇ ਸ਼ਸਤਰ ਸਾਡੇ ਪੀਰ ਹਨ। ਇਹ ਰੋਜ਼ ਹੀ ਕਹਿੰਦੇ ਨੇ ਪ੍ਰਥਮ ਭਗਉਤੀ ਸਿਮਰਕ ਹੈ, ਪਹਿਲਾਂ ਸ੍ਰੀ ਸਾਹਿਬ ਨੂੰ ਮਹਾਰਾਜ ਤੇ ਆਉਂਦੇ ਹਨ, ਫਿਰ ਗੁਰੂ ਨਾਨਕ ਸਾਹਿਬ ਦਾ ਅੱਗੇ ਨਾਮ ਆਉਂਦਾ। ਇਹ ਤੋਂ ਇਹ ਜਾਣੋ ਤਖਤਾਂ ਤੋਂ ਅਰਦਾਸ ਤੋਂ ਅੰਦਾਜ਼ਾ ਲਾਓ ਵੀ ਸ਼ਸਤਰਾਂ ਦਾ ਕਿੱਡਾ ਅਦਬ ਗੁਰੂ ਸਾਹਿਬ ਆਪਣੇ ਵੇਲੇ ਖੁਦ ਕਰਦੇ ਰਹੇ ਹੋਣਗੇ, ਕਿੰਨਾ ਮਹਾਰਾਜ ਨੂੰ ਸ਼ਸਤਰਾਂ ਦਾ ਸਤਿਕਾਰ ਹੋਏਗਾ। ਗੁਰੂ ਕਲਗੀਧਰ ਮਹਾਰਾਜ ਨੇ ਸ਼ਸਤਰ ਮੰਗਾਏ, ਉੱਚੇ ਥਾਂ ਤੇ ਸੋਹਣੇ ਥਾਂ ਤੇ ਸਾਰੇ ਸ਼ਸਤਰ ਟਿਕਾ ਦਿੱਤੇ। ਤੇ ਫਿਰ ਮਹਾਰਾਜ ਸੋਹਣੀਆਂ ਸੁਗੰਧੀਆਂ ਜਿਹੜੀਆਂ ਹਨ ਉਹ ਫੈਲਾਉਣ ਦੇ ਲਈ ਸ਼ਸਤਰਾਂ ਦੇ ਲਾਗੇ ਸਮੱਗਰੀ ਦਿਖਾਉਂਦੇ ਨੇ, ਧੂਫ ਦਿਖਾਉਂਦੇ ਹਨ, ਸ਼ਸਤਰਾਂ ਦੀ ਪੂਜਾ ਕਰਦੇ ਹਨ। ਅਨੇਕ ਤਰ੍ਹਾਂ ਦੀਆਂ ਸੁਗੰਧੀਆਂ, ਚੰਦਨ, ਕੇਸਰ ਆਦਿਕ ਮਿਲਾ ਕੇ ਤੇ ਸ਼ਸਤਰਾਂ ਦੇ ਉੱਤੇ ਛਿੜਕਾਓ ਕਰਦੇ ਹਨ। ਅਨੇਕਾਂ ਰੰਗਾਂ ਦੇ ਕਿਸਮਾਂ ਦੇ ਫੁੱਲ ਮਹਾਰਾਜ ਜੀ ਸ਼ਸਤਰਾਂ ਤੇ ਚੜਾ ਕੇ ਮੱਥਾ ਟੇਕਦੇ ਨੇ ਤੇ ਵੱਡੀਆਂ ਵੱਡੀਆਂ ਫੁੱਲਾਂ ਦੀਆਂ ਮਾਲਾ ਗੁੰਦ ਗੁੰਦ ਕੇ ਜਿੱਥੇ ਸ਼ਸਤਰ ਧਰੇ ਨੇ ਉਹਨਾਂ ਦੇ ਉੱਤੇ ਮਹਾਰਾਜ ਅਰਪਣ ਕਰਦੇ ਹਨ। ਬਹੁਤ ਤਰ੍ਹਾਂ ਕਰਕੇ ਸ਼ਸਤਰਾਂ ਦੀ ਪੂਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਦੇ ਨੇ ਤੇ ਖੁਸ਼ ਹੁੰਦੇ ਹਨ। ਜਿਹੜੀ ਸ਼ਸਤਰਾਂ ਦੀ ਪੂਜਾ ਦੀ ਗੱਲ ਹੈ ਨਾ ਸਾਧ ਸੰਗਤ, ਇਹੋ ਜਿਹੇ ਲੋਕ ਸਾਡੇ ਆ ਗਏ, ਉਹ ਮਨਮਤ ਕਹਿ ਕੇ ਲੋਕਾਂ 'ਚ ਇਹੋ ਜਿਹੀ ਗੱਲ ਭਰਤੀ ਵੀ ਸ਼ਸਤਰਾਂ ਦੀ ਪੂਜਾ ਕਰਨੀ ਮਨਮਤ ਆ। ਉਹ ਤਾਂ ਉਹਨਾਂ ਲੋਕਾਂ ਨੇ ਸਾਡੇ ਦੇ ਵਿੱਚ ਸਿੱਖਾਂ 'ਚ ਇਹੋ ਜਿਹੀ ਗੱਲ ਭਰਤੀ, ਪਰ ਜਿਹੜੇ ਸਿੱਖਾਂ ਦੇ ਵਿਰੋਧੀ ਹੈ, ਜਿਵੇਂ ਕਹਿ ਲਓ ਵੀ RSS ਵਾਲੇ,
ਉਹ ਸ਼ਸਤਰਾਂ ਦੀ ਪੂਜਾ ਕਰਨ ਲੱਗ ਪਏ। ਉਹਨਾਂ ਨੇ ਗੁਰੂ ਸਾਹਿਬ ਦੀ ਉਹ ਗੱਲ ਜਿਹੜੀ ਕੈਚ ਕਰ ਲਈ ਵੀ ਸ਼ਸਤਰਾਂ ਦਾ ਮਾਣ ਸਨਮਾਨ ਕਰਨਾ ਚਾਹੀਦਾ। ਉਹ ਸ਼ਸਤਰ ਪੂਜਣ ਕਰਨ ਲੱਗ ਪਏ ਨੇ, ਅਤੇ ਜਿਨ੍ਹਾਂ ਨੇ ਸ਼ਸਤਰਾਂ ਦੀ ਪੂਜਾ ਆਰੰਭ ਕੀਤੀ ਉਹਨਾਂ ਦੇ ਸਿੱਖ ਹਰ ਗੱਲ ਆਹ ਮਨਮੱਤ ਹੈ ਜੀ, ਇਹਦਾ ਫਾਇਦਾ ਨਹੀਂ ਜੀ, ਉਹਦਾ ਫਾਇਦਾ ਨਹੀਂ ਜੀ। ਪੁਰਾਣੇ ਸਿੱਖ ਸ੍ਰੀ ਸਾਹਿਬ ਨੂੰ ਗਾਤਰਿਓਂ ਕੱਢਦੇ ਪਹਿਲਾਂ ਮੱਥਾ ਟੇਕਦੇ ਹੁੰਦੇ ਸਨ, ਕਦੀ ਜੂਠਾ ਹੱਥ ਨਹੀਂ ਸ਼ਸਤਰ ਨੂੰ ਲਾਉਂਦੇ, ਪੈਰਾਂ 'ਚ ਸ਼ਸਤਰ ਨਹੀਂ ਸੀ ਰੱਖਦੇ, ਕਿਉਂਕਿ ਸ਼ਸਤਰਾਂ ਦੇ ਕਰਕੇ ਹੀ ਸਾਧ ਸੰਗਤ ਜੈ ਹੈ। ਸ਼ਸਤਰਾਂ ਤੋਂ ਬਗੈਰ ਨਹੀਂ ਜੇ ਕੋਈ ਪੁੱਛਦਾ। ਇਹ ਕੁੱਲ ਦੁਨੀਆ ਵਿੱਚ ਅੱਜ ਵੀ ਇਹ ਮਰਿਆਦਾ ਕਾਇਮ ਹੈ, ਜਿਹਦੇ ਕੋਲ ਜਿੱਡੇ ਵੱਡੇ ਜੰਗੀ ਸ਼ਸਤਰ ਉਹਦਾ ਝੰਡਾ ਓਨਾ ਹੀ ਜਿਹੜਾ ਹੈ ਨਾ ਚੜ੍ਹਦੀ ਕਲਾ ਨਾਲ ਝੂਲਦਾ ਹੈ। ਅਤੇ ਜਿਹੜੇ ਸ਼ਸਤਰ ਰੱਖਣਾ ਇਹ ਤਿਆਗ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੇ ਨਾਲ, ਉਹ ਲੋਕ ਗੁਲਾਮ ਬਣ ਕੇ ਰਹਿੰਦੇ ਆ। ਉਹਨਾਂ ਨੂੰ ਜੁੱਤੀਆਂ ਖਾਣੀਆਂ ਪੈਂਦੀਆਂ ਨੇ, ਗੁਲਾਮੀ ਕਰਨੀ ਪੈਂਦੀ ਅਤੇ ਜੁੱਤੀਆਂ ਚੱਟਣੀਆਂ ਪੈਂਦੀਆਂ ਨੇ। ਅਤੇ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਹੈ, ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕੱਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਧਕਾਈ। ਕਲਗੀਧਰ ਸਾਹਿਬ ਕਹਿੰਦੇ ਜੇ ਸਾਡੀ ਵੱਧ ਖੁਸ਼ੀ ਲੈਣੀ ਹੈ ਸ਼ਸਤਰ ਧਾਰੀ ਹੋ ਕੇ ਅਤੇ ਕਮਰ ਕੱਸਾ ਕਰਕੇ ਸਿੱਖਾ ਮੇਰੇ ਦਰਬਾਰ 'ਚ ਆਇਆ ਕਰ, ਤੇਰੇ 'ਤੇ ਅਸੀਂ ਜ਼ਿਆਦਾ ਖੁਸ਼ ਹੋਵਾਂਗੇ। ਐਸੇ ਦੀਨ ਦਿਆਲ ਸਤਿਗੁਰੂ ਸ਼ਸਤਰਾਂ ਦੀ ਅਨੇਕ ਤਰ੍ਹਾਂ ਕਰਕੇ ਪੂਜਾ ਕਰਦੇ ਹਨ। ਕਰ ਤਿਆਰੀ ਸੰਗਰਾਮ ਕੀ, ਤੇ ਜੰਗ ਯੁੱਧ ਦੀ ਤਿਆਰੀ ਮਹਾਰਾਜ ਕਰ ਰਹੇ ਨੇ, ਵਸਾ ਨਹੀਂ ਖਾਂਦੇ ਕਿਸੇ ਦਾ। ਤੇ ਆਪਣੇ ਸੂਰਮਿਆਂ ਨੂੰ ਹਰ ਵੇਲੇ ਉਤਸ਼ਾਹ ਲਾਸ਼ੇਰੀ ਬਖਸ਼ਦੇ ਹਨ, ਸਦਾ ਹੀ ਚੜ੍ਹਦੀ ਕਲਾ ਦਾ ਹੀ ਉਪਦੇਸ਼ ਦਿੰਦੇ ਨੇ, ਕਦੀ ਡਰਾਉਂਦੇ ਹੀ ਨਹੀਂ ਹਨ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਕਹਿੰਦੇ ਕਥਾ ਹੋ ਰਹੀ ਆ। ਬਲਮਾਹੇ ਹੇ ਪਿਆਰੇ ਗੁਰ ਸਿੱਖੋ, ਐਵੇਂ ਆਨੰਦਪੁਰ ਕੌਤਕ ਕਹਿੰਦੇ ਗੁਰੂ ਕਲਗੀਧਰ ਵਰਤਾ ਰਹੇ ਨੇ। ਅਤੇ ਇਸ ਤਰ੍ਹਾਂ ਮਹਾਰਾਜ ਦੀਆਂ ਖੇਡਾਂ ਜਿਹੜੀਆਂ ਹੋ ਰਹੀਆਂ ਤੁਸੀਂ ਸੁਣੋ। ਅਤੇ ਕਵੀ ਜੀ ਕਹਿੰਦੇ ਮਹਾਰਾਜ ਮੇਰੇ ਕੋਈ ਕਥਾ ਸੁਣਾਉਣ ਦੀ ਸੇਵਾ ਲੈ ਰਹੇ ਨੇ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਰਦ ਅਗੰਮੜੇ ਕਦੀ ਆਪਣੇ ਸੂਰਮੇ ਨੂੰ ਕਹਿੰਦੇ ਨਹੀਂ ਵੀ ਤੂੰ ਇੱਕ ਹੈ ਸਾਹਮਣੇ 1.25 ਲੱਖ ਹੈ, ਉਹ ਕਹਿੰਦੇ ਵੀ ਤੂੰ ਇਕੱਲਾ ਹੀ ਬਹੁਤ ਹੈ। ਅੱਜ ਕੱਲ੍ਹ ਜਿਹੜੇ ਸਾਡੇ ਕੋਈ ਆਗੂ ਜਾਂ ਪ੍ਰਚਾਰਕ ਨੇ ਨਾ, ਉਹ ਕਹਿਣਗੇ ਜੀ ਆਪਣੀ ਗਿਣਤੀ ਥੋੜ੍ਹੀ, ਉਹਨਾਂ ਦੀ ਗਿਣਤੀ ਜ਼ਿਆਦਾ, ਉਹ ਡਰਾਈ ਜਾਣਗੇ। ਮਹਾਰਾਜ ਤਾਂ ਇਕੱਲੇ ਨੂੰ ਵੀ 1.25 ਲੱਖ ਦੇ ਸਾਹਮਣੇ ਕਹਿੰਦੇ ਵੀ ਤੂੰ ਬਹੁਤ ਹੈ, ਇਹਨਾਂ ਸਾਰਿਆਂ ਨੂੰ ਢੇਰੀ ਕਰ ਸਕਦਾ। ਇਹ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਬਖਸ਼ਦੇ ਨੇ, ਚੜ੍ਹਦੀ ਕਲਾ ਵਾਲੀ ਗੱਲ ਕਰਨੀ ਚਾਹੀਦੀ। ਜੇ ਕੋਈ ਆਗੂ ਪ੍ਰਚਾਰਕ ਤੁਹਾਨੂੰ ਡਰਾਉਣ ਵਾਲੀ ਗੱਲ ਕਰੇ ਹਮੇਸ਼ਾ ਉਹਦਾ ਵਿਰੋਧ ਕਰੋ। ਗੁਰੂ ਕਲਗੀਧਰ ਦੀਆਂ ਖੁਸ਼ੀਆਂ ਮਿਲਣਗੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ। ਮਹਾਰਾਜ ਸਾਹਿਬ ਸਤਿਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।